हम सर दीन दयाल न तुम सर, अब पत्यार क्या कीजै। बचनी तोर मोर मन मानै, जन को पूर्ण दीजै। हम बल बल जाओ रमैया कारने, कारण कवन बोल बहुत जन्म बिसरे थे मादो। ये जन्म तुम्हारे लिखे, कह रविदास आस लग जीवो। चिर प्यो दर्शन देखे, कह रविदास आस लग जीवो। चिर प्यो दर्शन देखे, दर्शन देख जीवा गुर तेरा। पूरन कर्म हुए प्रभ मेरा, यह बनंती सुन प्रभ मेरे। देहो नाम कर अपने चेरे रहाओ, अपनी शरण राग प्रभ दाते। गुर प्रसाद किन बिरले जाते, सुनो बिनो प्रभ मेरे मीता। चरण कमल वसे मेरे चीता, नानक एक करी अरदास। बिसर नाही पूर्ण गुणतास, तन मन होए निहाल। जा गुर देखा सामने, मेरा तन मन होए निहाल। जा गुर देखा सामने, मेरा तन मन होए निहाल। जा गुर देखा सामने, मेरा तन मन होए निहाल। जा गुर देखा सामने, मेरा तन मन होए निहाल। जा गुर देखा सामने, तन मन होए निहाल। जा गुर देखा सामने, मेरा तन मन होए निहाल। जा गुर देखा सामने, मेरा तन मन होए निहाल। जा गुर देखा सामने, मेरा तन मन होए निहाल। जा गुर देखा सामने, ओ मेरा तन मन होए निहाल। जा गुर देखा सामने, मेरा तन मन होए निहाल। जा गुर देखा सामने, तन मन होए निहाल। जा गुर देखा सामने, मेरा तन मन होए निहाल। जा गुर देखा सामने, देखा सामने। जा गुर देखा सामने, देखा सामने। जा गुर देखा सामने, आजी देखा सामने। जा गुर देखा सामने,
ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ ਮੇਰਾ ਨਿਹਾਲ, ਤਨ ਮਨ ਹੋਏ ਨਿਹਾਲ ਮੇਰਾ, ਤਨ ਮਨ ਹੋਏ ਨਿਹਾਲ। ਹਾਂਜੀ ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਮੇਰਾ ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ ਮੇਰਾ, ਤਨ ਮਨ ਹੋਏ ਨਿਹਾਲ। ਤਨ ਮਨ ਹੋਏ ਨਿਹਾਲ ਮੇਰਾ, ਤਨ ਮਨ ਹੋਏ ਨਿਹਾਲ, ਤਨ ਮਨ ਹਾਲ ਮੇਰਾ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ ਮੇਰਾ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ ਮੇਰਾ, ਤਨ ਮਨ ਹੋਏ ਨਿਹਾਲ। ਮੇਰਾ ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ, ਮੇਰਾ ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ, ਮੇਰਾ ਤਨ ਮਨ ਹੋਏ ਨਿਹਾਲ, ਜਗ ਦੇਖਾ ਸਾਹਮਣੇ, ਮੇਰਾ ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ, ਤਨ ਮਨ ਹੋਏ ਨਿਹਾਲ ਮੇਰਾ ਨਿਹਾਲ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਤੇਰੇ, ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ, ਸੁਨੋ ਬਿਨੋ ਪ੍ਰਭ ਮੇਰੇ ਮਿਤਾ, ਚਰਨ ਕਮਲ ਵਸੇ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ, ਅੱਜ ਦਸਵੀਂ ਦਾ ਪਾਵਨ ਪਵਿੱਤਰ ਦਿਹਾੜਾ ਲਲੌਡਾ ਸਾਹਿਬ ਦੀ ਧਰਤੀ ਦੇ ਉੱਤੇ ਰਲ ਮਿਲ ਕੇ ਆਪਾਂ ਮਨਾ ਰਹੇ ਹਾਂ। ਭਾਵੇਂ ਮੌਸਮ ਖਰਾਬ ਹੈ, ਬੱਦਲਵਾਈ ਹੋਈ ਪਈ ਆ, ਮੀਂਹ ਪੈ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਦੱਸਦੇ ਨੇ, ਕਹਿੰਦੇ ਝੱਖੜ ਝਾਂਗੀ ਮੀਂਹੋਂ ਵਰਸੈ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਭਾਵੇਂ ਝੱਖੜ ਹਨੇਰੀ ਵਗਦੀ ਹੋਵੇ, ਮੀਂਹ ਵਗਦਾ ਹੋਵੇ, ਜਿਹੜੇ ਪੱਕੇ ਪ੍ਰੇਮੀ ਨੇ ਗੁਰੂ ਨੂੰ ਮੰਨਣ ਵਾਲੇ ਨੇ, ਉਹ ਨਾ ਹਨੇਰੀ ਦੀ ਪਰਵਾਹ ਕਰਦੇ ਨੇ ਤੇ ਨਾ ਮੀਂਹ ਦੀ ਪਰਵਾਹ ਕਰਦੇ ਨੇ। ਆਖੋ ਸਤਿਨਾਮ। ਨਾ ਧੁੱਪ ਦੀ ਪਰਵਾਹ ਕਰਦੇ ਨੇ ਤੇ ਨਾ ਸਰਦੀ ਦੀ ਪਰਵਾਹ ਕਰਦੇ ਨੇ। ਉਹਨਾਂ ਨੇ ਗੁਰੂ ਦੇ ਕੋਲ ਆਣੀ ਆਣਾ ਹੈ। ਅੱਗੇ ਇਹੋ ਜਿਹੇ ਸਿੱਖ ਹੋਇਆ ਕਰਦੇ ਸੀ, ਸਮੁੰਦਰ ਪਾਰ ਕਰਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ। ਆਖੋ ਸਤਿਨਾਮ। ਵਾਹਿਗੁਰੂ ਜੀ। ਸਮੁੰਦਰ ਪਾਰ ਕਰਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸੀ। ਸ਼ਬਦ ਪੜਿਆ ਸੀ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸੰਗਰਾਂਦ ਤੇ ਵੀ ਵਿਚਾਰ ਹੋਈ ਸੀ ਇਸ ਸ਼ਬਦ ਦੀ। ਸਾਡਾ ਗੁਰੂ ਕੌਣ ਆ? ਆਗਿਆ ਪਈ ਹੈ ਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਨੇ। ਜਦੋਂ ਗੁਰੂ ਦੇ ਦਰਸ਼ਨ ਕਰਦੇ ਆ, ਤਨ ਵੀ ਮਨ ਵੀ ਨਿਹਾਲ ਹੋ ਜਾਂਦਾ। ਆਖੋ ਸਤਿਨਾਮ। ਵਾਹਿਗੁਰੂ ਜੀ। ਹੁਣ ਦਰਸ਼ਨ ਦਾ ਮਤਲਬ ਕੀ ਆ? ਦਰਸ਼ਨ ਕਰਨਾ ਕੀ ਆ? ਆਪਾਂ ਨੇ ਗੁਰੂ ਮਹਾਰਾਜ ਜੀ ਪ੍ਰਕਾਸ਼ ਨੇ ਰਮਾਲਾ ਸਾਹਿਬ ਉੱਪਰ ਪਾਇਆ ਹੋਇਆ, ਆਪਾਂ ਕਹਿੰਦੇ ਜੀ ਦਰਸ਼ਨ ਹੋ ਗਏ। ਇਹ ਦਰਸ਼ਨ ਨਹੀਂ ਮੰਨੇ ਜਾਂਦੇ। ਦਰਸ਼ਨ ਕੀ ਨੇ? ਗੁਰਮੁਖ ਪਿਆਰਿਓ, ਜਦੋਂ ਅਸੀਂ ਗੁਰੂ ਦੀ ਬਾਣੀ ਸੁਣਦੇ ਆ, ਉਹਨੂੰ ਮੰਨਦੇ ਆ, ਹਿਰਦੇ ਵਿੱਚ ਵਸਾਉਂਦੇ ਆ, ਜਦੋਂ ਹਿਰਦੇ ਅੰਦਰ ਵਸ ਗਏ ਨਾ, ਫਿਰ ਸਮਝ ਲਓ ਦਰਸ਼ਨ ਹੋ ਗਏ। ਆਖੋ ਸਤਿਨਾਮ। ਵਾਹਿਗੁਰੂ ਜੀ। ਰੱਬ ਤੇ ਤੋਂ ਵੱਖ ਨਹੀਂ, ਪਰ ਤੇਰੇ ਦੇਖਣ ਵਾਲੀ ਅੱਖ ਨਹੀਂ। ਤੇਰਾ ਵੀ ਕਸੂਰ ਨਹੀਂ। ਜਿਹੜੀਆਂ ਅੱਖੀਆਂ ਨਾਲ ਵੇਖਣਾ, ਉਹਨਾਂ ਵਿੱਚ ਨੂਰ ਨਹੀਂ। ਉਹ ਨੂਰ ਕਿੱਥੋਂ ਆਵੇਗਾ? ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਆਵੇਗਾ। ਆਖੋ ਸਤਿਨਾਮ। ਵਾਹਿਗੁਰੂ ਜੀ। ਤਾਂ ਗੁਰਮੁਖ ਪਿਆਰਿਓ, ਜਦੋਂ ਅਸੀਂ ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਭਜਨ ਕਰਾਂਗੇ, ਤਾਂ ਅਸੀਂ ਇਹ ਜਿਹੜਾ ਸਾਡਾ ਸਰੀਰ ਆ ਨਾ, ਇਹਨੂੰ ਗੁਰਬਾਣੀ ਨੇ ਕਿਲਾ ਵੀ ਦੱਸਿਆ, ਇਹਨੂੰ ਮੰਦਰ ਵੀ ਦੱਸਿਆ, ਇਹਨੂੰ ਘਰ ਵੀ ਦੱਸਿਆ। ਮਹਾਰਾਜ ਜੀ ਕਹਿੰਦੇ ਇਹੋ ਸਰੀਰ ਹਰ ਕਾ ਮਹਿਲ ਹੈ। ਇਹ ਪਰਮੇਸ਼ਰ ਦਾ ਮਹਿਲ ਆ ਜਿਹੜਾ ਸਾਡਾ ਸਰੀਰ ਆ। ਮਹਾਰਾਜ ਜੀ ਕਹਿੰਦੇ ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਬੜੇ ਹੀ ਨਹੀਂ ਹੈ।
ਮੰਦਰਾਂ ਦੇ ਵਿੱਚ ਆਪਾਂ ਬੜੇ ਜਾਂਦੇ ਆ, ਮਸੀਤਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਪਰ ਲੋੜ ਕਿੱਥੇ ਆ ਵੜਨ ਦੀ? ਲੋੜ ਆ ਸਾਡੇ ਸਰੀਰ ਦੇ ਵਿੱਚ ਵੜਨ ਦੀ। ਅੰਦਰ ਕੌਣ ਬੈਠਾ? ਪ੍ਰਮਾਤਮਾ। ਜਿੰਨਾ ਚਿਰ ਸਾਡੇ ਸਰੀਰ ਦੇ ਅੰਦਰ ਪ੍ਰਮਾਤਮਾ ਬੈਠਾ ਹੈ, ਉਨਾ ਚਿਰੇ ਬੰਦਾ ਬੋਲਦਾ, ਉਨਾ ਚਿਰੇ ਬੰਦਾ ਖਾਂਦਾ, ਉਨਾ ਚਿਰੇ ਤੁਰਦਾ ਫਿਰਦਾ, ਹੱਸਦਾ ਖੇਡਦਾ, ਬੱਚਿਆਂ ਦੇ ਵਿੱਚ ਰਹਿੰਦਾ, ਕਿਰਤ ਵਿਰਤ ਕਰਦਾ। ਜਿਸ ਦਿਨ ਆ ਸਰੀਰ ਦੇ ਵਿੱਚ, ਆ ਮਹਿਲ ਦੇ ਵਿੱਚ, ਸਰੀਰ ਰੂਪੀ ਮਹਿਲ ਦੇ ਵਿੱਚ ਪਰਮੇਸ਼ਰ ਨਾ ਰਿਹਾ, ਉਸ ਦਿਨੇ ਚੱਕ ਲੋ ਹੋ ਜਾਣੀ। ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਆਪਾਂ ਡਿੱਗਦੇ ਵੀ ਉਹ ਬੜਾ ਮੁੰਡਾ ਨਹੀਂ ਆਇਆ, ਉਹ ਦੇਖ ਲਓ ਭਾਈ ਕੋਈ ਨਹੀਂ ਆ ਜਾਣ ਦੋ। ਫਿਰ ਅੱਗੋਂ ਕੀ ਕਰਨਗੇ? ਚਲੋ ਕੋਈ ਨਹੀਂ, ਭਾਈ ਇਹਨੇ ਸੇਵਾ ਤੱਕ ਲੈ ਕੇ ਚੱਲਦੇ ਹੋ, ਬਾਅਦ ਦੇ ਵਿੱਚ ਆਈ ਜਾਊਗਾ ਹੌਲੀ ਹੌਲੀ। ਰੇ ਬੌਰੇ ਤੋਹੇ ਘਰੇ ਨਾ ਰੱਖੈ ਸੋਈ, ਰੇ ਬੌਰੇ ਤੋਹੇ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ, ਕਾਕੀ ਮਾਤ ਪਿਤਾ ਕਾਕੋ ਕਵਨਪੁਰ ਕੀ ਜੋਈ, ਘਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਆਖੋ ਸਤਨਾਮ ਵਾਹਿਗੁਰੂ ਜੀ। ਪੁੱਛਦਾ ਕੋਈ ਬਾਤ? ਫਿਰ ਚੱਕਣ ਦੀ ਕਰਦਾ, ਚੱਕੋ ਚੱਕੋ ਭਾਈ ਬੜੇ ਲੇਟ ਹੋ ਗਏ ਆ, ਬੜਾ ਸਮਾਂ ਲੰਘਦਾ ਜਾਂਦਾ, ਰਿਸ਼ਤੇਦਾਰਾਂ ਨੇ ਜਾਣਾ, ਦੂਰੋਂ ਆਏ ਨੇ, ਫਟਾਫਟ ਕੱਢਣ ਦੀ ਹੁੰਦੀ ਆ ਘਰੋਂ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਬਾਤ ਪੁੱਛਦਾ। ਇਸੇ ਕਰਕੇ ਮਹਾਰਾਜ ਕਹਿੰਦੇ ਰੇ ਬਾਉਰੇ, ਉਹ ਮੂਰਖਾ, ਤੂੰ ਨਾਮ ਜਪ ਲਾ, ਬੰਦਗੀ ਕਰ ਲਾ, ਭਜਨ ਕਰ ਲਾ ਪਰਮੇਸ਼ਰ ਦਾ, ਇਹੀ ਤੇਰੇ ਕੰਮ ਆਉਣਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਦੱਸਦੇ ਨੇ, ਮਹਾਰਾਜ ਜੀ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਮਹਾਰਾਜ ਜੀ ਕਹਿੰਦੇ ਨਾ ਮਾਤਾ, ਨਾ ਪਿਤਾ, ਨਾ ਭੈਣ, ਨਾ ਭਾਈ, ਕੋਈ ਵੀ ਸਹਾਈ ਨਹੀਂ ਹੋਣਾ। ਕੀ ਸਹਾਈ ਹੋਵੇਗਾ? ਮਹਾਰਾਜ ਜੀ ਕਹਿੰਦੇ ਉਹਾਂ ਨਾਮ ਤੇਰਾ ਸੰਗ ਸਹਾਈ, ਨਾਮ ਨੇ ਸਹਾਈ ਹੋਣਾ। ਨਾਮ ਕੀ ਆ? ਗੁਰੂ ਪਰਮੇਸ਼ਰ। ਤਾਂ ਗੁਰਮੁਖ ਪਿਆਰਿਓ ਵਿਚਾਰ ਕਰ ਰਹੇ ਸੀ, ਆ ਸਰੀਰ ਦੇ ਵਿੱਚ ਸਾਡੇ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ, ਇਸ ਸਰੀਰ ਦੇ ਅੰਦਰ ਪਰਮੇਸ਼ਰ ਵੀ ਵਸਦਾ ਹੈ, ਆਤਮਾ ਵੀ ਹੈ ਸਰੀਰ 'ਚ। ਆਪਾਂ ਕਹਿੰਦੇ ਨੇ ਯਾਰ ਮੈਨੂੰ ਛੇੜਨਾ, ਮੇਰੀ ਆਤਮਾ ਬੜੀ ਦੁਖੀ ਆ, ਜਾਂ ਚਲੇ ਜਾ ਪਰੇ, ਮੈਨੂੰ ਨਾ ਛੇੜ, ਮੇਰੀ ਆਤਮਾ ਬੜੀ ਦੁਖੀ ਆ। ਅੰਦਰ ਆਤਮਾ ਵੀ ਆ ਤੇ ਇੱਕ ਗੁਰਮੁਖ ਪਿਆਰੇ ਪਰਮਾਤਮਾ ਵੀ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਆਤਮਾ ਤੇ ਪਰਮਾਤਮਾ ਦਾ ਮੇਲ ਕਿਉਂ ਨਹੀਂ ਹੁੰਦਾ? ਆਪਾਂ ਕਹਿੰਦੇ ਜੀ ਫਲਾਣੇ ਸਾਧੂ ਰੱਬ ਦਾ ਰੂਪ ਨੇ, ਰੱਬ ਨਾਲ ਮਿਲੇ ਹੋਏ ਨੇ, ਉਹਦਾ ਮਤਲਬ ਕੀ ਹੁੰਦਾ? ਰੱਬ ਦੇ ਪਿਆਰੇ ਸਾਧੂ ਮਹਾਂਪੁਰਸ਼ ਕਿਵੇਂ ਰੱਬ ਨੂੰ ਮਿਲ ਜਾਂਦੇ ਨੇ, ਕਿਵੇਂ ਉਹਨੂੰ ਪਾ ਲੈਂਦੇ ਨੇ? ਮਹਾਰਾਜ ਜੀ ਕਹਿੰਦੇ ਆਪ ਗਵਾਈਐ ਤਾਸੋ ਪਾਈਐ ਔਰ ਕੈਸੀ ਚਿਤਰਾਈ। ਜੇ ਪਰਮੇਸ਼ਰ ਨੂੰ ਪਾਉਣਾ ਨਾ ਤਾਂ ਗੁਰਮੁਖ ਪਿਆਰਿਓ ਆਪਣਾ ਆਪ ਗਵਾਉਣਾ ਪੈਂਦਾ, ਭਾਵ ਕਿ ਬੁਰਾਈਆਂ, ਨਿੰਦਿਆ, ਚੁਗਲੀ, ਕੁਸੰਗਤ, ਮਾੜੀ ਕੁਸੰਗਤ, ਇਹ ਸਭ ਕੁਝ ਛੱਡਣਾ ਪੈਂਦਾ, ਤਿਆਗਣਾ ਪੈਂਦਾ। ਇੱਕ ਪਰਮੇਸ਼ਰ ਦਾ ਨਾਮ ਨੂੰ ਅਖਤਿਆਰ ਕਰਨਾ ਪੈਂਦਾ, ਨਾਮ ਜਪਣਾ ਪੈਂਦਾ, ਬੰਦਗੀ ਕਰਨੀ ਪੈਂਦੀ ਆ। ਜਿਹੜੀ ਗੁਰਮੁਖ ਪਿਆਰਿਓ ਕੱਪੜੇ ਨੂੰ ਮੈਲ ਲੱਗ ਜਾਏ, ਉਹ ਕਾਹਦੇ ਨਾਲ ਤਾਰਾਂਗੇ? ਜਿਉਂ-ਜਿਉਂ ਕੱਪੜੇ ਉੱਪਰ ਸਾਬਣ ਘਸਾਵਾਂਗੇ, ਪਾਣੀ ਦਾ ਇਸਤੇਮਾਲ ਕਰਾਂਗੇ, ਤਿਉਂ-ਤਿਉਂ ਗੁਰਮੁਖ ਪਿਆਰਿਓ ਸਾਬਣ ਘਸੇਗੀ, ਜਿਉਂ-ਜਿਉਂ ਸਾਬਣ ਘਸੇਗੀ ਤਿਉਂ-ਤਿਉਂ ਕੱਪੜਾ ਸਾਫ਼ ਹੁੰਦਾ ਜਾਵੇਗਾ। ਆਖੋ ਸਤਨਾਮ ਵਾਹਿਗੁਰੂ ਜੀ। ਉਹਦਾ ਰੰਗ ਉਹ ਜਿਹੜਾ ਕੱਪੜੇ ਦਾ ਓਰੀਜਨਲ ਰੰਗ ਹੋਊਗਾ ਨਾ, ਉਹ ਓਰੀਜਨਲ ਰੰਗ ਦਿਖਣ ਲੱਗ ਜਾਊਗਾ, ਸੋਹਣਾ ਲੱਗਦਾ। ਫਿਰ ਰੰਗ ਸਰੀਰ ਦੇ ਉੱਤੇ, ਤਨ ਦੇ ਉੱਤੇ ਪਹਿਨ ਲੈਂਦਾ ਬੰਦਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ
जन्म जन्म की इस मन को मल लागी, काला हुआ स्याहो खनली धोती उजल ना होवी, जे सो धोवन पाहो। लीर का प्रवान दिता सतगुरु जी ने। कहते एक कोलू नूं साफ करने वास्ते लीर रखी हुंदी आ, वो इन्नी ठंडी हो जाती आ, महाराज जी कहते जे 100 वारी धो दीए ना वो तामी उजली नहीं होंदी, तामी उहदा रीजनल रंग नहीं निकलता, साफ नहीं होंदी। आखो सतनाम वाहिगुरु जी। फिर भी वो धुंधली धुंधली जी रहू जे 100 वारी धो लिओ, क्योंकि ਉਹਦੇ ਉੱਤੇ ਤੇਲ ਦਾ ਅਸਰ ਹੋਇਆ ਹੋਇਆ, ਥਿੰਧਿਆਈ ਦਾ ਅਸਰ ਹੋਇਆ ਹੋਇਆ। ਇਸੇ ਤਰ੍ਹਾਂ ਸਾਡੇ ਸਰੀਰ ਦੇ ਉੱਤੇ, ਜੀਵਨ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਦਾ ਆਸਰ ਹੋਇਆ ਹੋਇਆ ਹੈ। ਇਸੇ ਕਰਕੇ ਸਾਡਾ ਗੁਰੂ ਨਾਲ ਮਿਲਾਪ ਨਹੀਂ ਹੁੰਦਾ। ਆਖੋ ਸਤਨਾਮ ਵਾਹਿਗੁਰੂ ਜੀ। जब कपड़ा साफ हो गया, ਉਹਦਾ ਰੀਜਨਲ रंग दिखन लग जाना, चमक आ जानी, सोहना लगना। इसे तरह गुरसिखा तू भी सिमरन करदा करदा करदा, बंदगी करदा करदा, जिहड़ी होमे हंकार दी अंदर कंध आ ना, वो उन्ना चिर खत्म नहीं होनी जिन्ना चिर तू परमेश्वर दा सिमरन नहीं करदा। मनन नूं गल आ परमात्मा आ आत्मा, इन्हों आप मिलाने, दोनों विचाले की आ गया, मैक आ गया, दोने हथ नहीं मिल सकते। ये कदों मिलणगे, दोने हथ इकट्ठे कदों होणगे? तो जदों असीं विचालों मैक नूं कढ दांगे, फिर दोने हथ मिल गए। इस तरह जदों अंदरों सिमरन करके, बंदगी करके, गुरमुख प्यारिओ, हौमे वाली मैल, हंकार वाली मैल जदों दूर होगी, आत्मा ते परमात्मा एक हो जाणगे। आखो सतनाम वाहिगुरु जी। फिर कहने जी असीं रब नाल मिलिया होया साधु आ, रब दा रूप आए मिलदे ने भाई रब दे प्यारे। शरीर दे विच साडे सारियां दे विच परमेश्वर है, पर प्रगट सानू करना नहीं आउंदा, ना असीं प्रगट कर सकदे, ना एडा यतन कर सकदे आ। अपना आप गवाउणा पैंदा, जिवें पिछे सुणीए पंक्ति। फिर गुरमुख प्यारे परमेश्वर नाल मिलाप हो जाता। आखो सतनाम वाहिगुरु जी। फिर आप कहने जी रब दे नाल मिले हुए आ, परमेश्वर दे नाल एक मिल होया, उन्हां दी गल फिर परमेश्वर भी मोड़दा नहीं है। आखो सतनाम वाहिगुरु जी। रब नूं भी मनना पै जांदा, कीता अरदासा संतां दा, जिहड़े रब नाल मिले हुए ने ना, उन्हां नूं भी फिर गुरु नूं भी अरदास मननी पै जांदी आ। मनदा फिर अपने भगतां प्यारियां दी। आओ रहो विचार आपां गुर इतिहास दे नाल जुड़ीए, खड़का ना करो बई। आओ आपां आपो अपने मनोबिरतियां नूं ਅੰਮ੍ਰਿਤਸਰ ਦੀ ਧਰਤੀ ਤੇ ਲੈ ਚੱਲੀਏ, ਜਿੱਥੇ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਜੋਤ ਜਗਾਉਂਦੇ ਨੇ। ਉਹਨਾਂ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜੋ ਅਕਾਲ ਤਖਤ ਦੇ ਉੱਤੇ ਬਹਿੰਦੇ ਸੀ, ਵੱਡੇ ਵੱਡੇ ਫੈਸਲੇ ਅਕਾਲ ਤਖਤ ਦੇ ਉੱਤੇ ਕਰਿਆ ਕਰਦੇ ਸੀ ਹਰਿਮੰਦਰ ਸਾਹਿਬ ਦੀ ਧਰਤੀ ਤੇ। ਤਾਂ ਗੁਰਮੁਖ ਪਿਆਰਿਓ, ਉਹ ਸਮੇਂ ਦੀ ਬਟਾਲੇ ਇਲਾਕੇ ਦੀ ਇੱਕ ਸਤਿਗੁਰੂ ਦੀ ਸ਼ਰਧਾਲੂ ਬੀਬੀ, ਜਿਹੜੀ ਨਿਤਨੇਮੀ ਸੀ, ਭਜਨ ਕਰਦੀ ਸੀ, ਬੰਦਗੀ ਕਰਦੀ ਸੀ, ਸਿਮਰਨ ਕਰਦੀ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੰਨਦੀ ਸੀ, ਸ਼ਰਧਾਲੂ ਸੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਧਾਲੂ ਸੀ ਉਹ ਬੀਬੀ। ਤਾਂ ਗੁਰਮੁਖ ਪਿਆਰਿਓ, ਨਿਤਨੇਮੀ ਸੀ, ਬਾਣੀ ਪੜ੍ਹਨ ਵਾਲੀ ਸੀ, ਸਿਮਰਨ ਕਰਨ ਵਾਲੀ ਸੀ। ਉਸ ਲੜਕੀ ਦਾ
ਵਿਆਹ ਇੱਕ ਮਨਮੱਤੀਆਂ ਘਰ ਦੇ ਵਿੱਚ ਕਰ ਦਿੱਤਾ। ਘਰੇ ਨਹੀਂ ਮਨਮੱਤੀ ਸੀ, ਸਾਰੀ ਮਨਮੱਤੀਏ ਸੀ, ਜਾਂ ਕਹਿ ਲਈਏ ਵੀ ਸਾਰੀ ਮਨਮੁਖ ਸੀ। ਮਨਮੁਖ ਕਿਹਨੂੰ ਕਹਿੰਦੇ ਨੇ? ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ ਹੈ। ਭਾਵੇਂ ਬਾਣਾ ਪਾਇਆ ਹੋਵੇ, ਦਮਾਲਾ ਬੰਨਿਆ ਹੋਵੇ, ਖੰਡੇ ਬੱਟ ਦਾ ਅੰਮ੍ਰਿਤ ਛਕਿਆ, 5 ਕਕਾਰ ਪਾਏ ਹੋਏ ਨੇ, ਜੇ ਉਹ ਵੀ ਗੁਰਮੁਖ ਪਿਆਰਿਓ ਆਪਣੇ ਮਨ ਦੀ ਉਹ ਮੰਨਦਾ ਨਾ, ਸਮਝ ਲਓ ਉਹ ਵੀ ਮਨਮੱਤੀਆ ਹੈ। ਆਖੋ ਸਤਨਾਮ ਵਾਹਿਗੁਰੂ ਉਹ ਵੀ ਮਨਮੁਖ ਆ, ਕਿਉਂਕਿ ਮਨ ਦੀ ਮੰਨਣੀ ਆ। ਗੁਰਮੁਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਦੀ ਮੰਨਦਾ, ਜੋ ਗੁਰੂ ਜੀ ਕਹਿੰਦੇ ਨੇ ਸਿਮਰਨ ਕਰਨ ਵਾਸਤੇ, ਸੇਵਾ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਕਹਿੰਦੇ ਨੇ, ਗੁਰੂ ਦੀ ਮੰਨਦੇ ਆ ਤਾਂ ਅਸੀਂ ਗੁਰਮੁਖ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਨਗਰ ਸਾਰਾ ਹੀ ਮਨਮੁਖਾਂ ਦਾ ਸੀ। ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਸੀ ਸਾਰੀ। ਗੁਰੂ ਘਰ ਦਾ, ਗੁਰੂ ਬਾਰੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਸੀ। ਉਹ ਲੜਕੀ ਉਸ ਨਗਰ ਦੇ ਵਿੱਚ ਵਿਆਹੀ ਗਈ, ਸਹੁਰੇ ਘਰ ਆਈ। ਹੁਣ ਜੋ ਅੱਗੇ ਗੁਰਬਾਣੀ ਪੜ੍ਹਦੀ ਸੀ, ਨਿਤਨੇਮ ਕਰਦੀ ਸੀ, ਉਹਦੀ ਸੱਸ ਦੇਖਦੀ ਆ ਵੀ ਅਸੀਂ ਪੀਰਾਂ ਨੂੰ ਮੰਨਣ ਵਾਲੇ ਆ, ਇਹ ਆਪਣਾ ਹੋਰੇ ਆ ਗੁਟਕਾ ਸਾਹਿਬ ਲੈ ਕੇ ਬਹਿ ਜਾਂਦੀ ਆ, ਪਾਠ ਕਰਦੀ ਰਹਿੰਦੀ ਆ। ਉਹਨੇ ਚੰਗਾ ਨਹੀਂ ਸਮਝਿਆ। ਉਹ ਕਹਿਣ ਲੱਗੀ, ਧੀਏ ਆਪਾਂ ਤਾਂ ਪੀਰਾਂ ਦੇ ਉਪਾਸਕਾਂ, ਕਿਸੇ ਹੋਰ ਨੂੰ ਮੰਨਦੇ ਆ। ਆਪਣੇ ਫਲਾਣੀ ਜਗ੍ਹਾ ਤੇ ਜਾਣਾ ਹੈ। ਉਹ ਲੜਕੀ ਕਹਿੰਦੀ, ਮਾਤਾ ਜੀ ਅਸੀਂ ਗੁਰੂ ਨੂੰ ਮੰਨਣ ਵਾਲੇ ਆ, ਗੁਰੂ ਤੋਂ ਬਿਨਾ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ। ਆਖੋ ਸਤਨਾਮ ਵਾਹਿਗੁਰੂ ਜੀ। ਹੋਰ ਨਹੀਂ ਅਸੀਂ ਕਿਸੇ ਨੂੰ ਮੰਨਦੇ। ਬਸ ਇਹੋ ਜਿਹੀਆਂ ਗੱਲਾਂ ਤੇ ਸਰਕਾਰ ਹੋਣ ਲੱਗ ਗਿਆ। ਛੋਟੀ ਛੋਟੀ ਗੱਲ ਤੋਂ ਬਸ ਲੜਾਈ ਝਗੜਾ ਹੋਣ ਲੱਗਿਆ। ਇੱਕ ਦਿਨ ਉਹ ਲੜਕੀ ਨਿਤਨੇਮ ਕਰ ਰਹੀ ਸੀ, ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ। ਉਸ ਦੀ ਸੱਸ ਨੇ ਹੱਥ ਦੇ ਵਿੱਚੋਂ ਗੁਟਕਾ ਸਾਹਿਬ ਫੜ ਲਿਆ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੀ, ਛੱਡ ਪਰੇ ਤੂੰ ਇਹਨੂੰ, ਘਰ ਦੇ ਕੰਮ ਕਰ ਤੂੰ ਆ ਗੁਟਕਾ ਸਾਹਿਬ ਲੈ ਕੇ ਬਹਿ ਜਾਂਦੀ ਆ, ਪਤਾ ਨਹੀਂ ਕੀ ਪੜ੍ਹਦੀ ਆ। ਉਹ ਲੜਕੀ ਕਹਿਣ ਲੱਗੀ, ਨਿਤਨੇਮ ਕਰਨ ਵਾਲੀ ਸੀ, ਬਾਣੀ ਪੜ੍ਹਨ ਵਾਲੀ ਸੀ, ਕੀ ਕਹਿੰਦੀ ਆ? ਪੜ੍ਹ ਲਓ ਸਾਰਾ, ਗੱਜ ਵੱਜ ਕੇ ਸਾਰੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਕਰਿਓ ਪਵਿੱਤਰ। ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ, ਉਹ ਨਿਤਨੇਮ ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ
ਪਿਆਰੇ ਜੀ ਨਿਤਨੇਮ ਟੁੱਟ ਜਾਊਗਾ ਨਿਤਨੇਮ ਟੁੱਟ ਜਾਊਗਾ ਪਿਆਰੇ ਜੀ ਨਿਤਨੇਮ ਟੁੱਟ ਜਾਊਗਾ ਨਿਤਨੇਮ ਟੁੱਟ ਜਾਊਗਾ ਪਿਆਰੇ ਜੀ ਨਿਤਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਊਗਾ ਅੱਜ ਨਾ ਪੜੀ ਗੁਰਬਾਣੀ ਉਹ ਨਿਤਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਊਗਾ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਊਗਾ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਊਗਾ ਲੜਕੀ ਕਹਿਣ ਲੱਗੀ ਜੇ ਅੱਜ ਗੁਰਬਾਣੀ ਨਾ ਪੜੀ ਨਿਤਨੇਮ ਨਾ ਕੀਤਾ ਤੇ ਮੇਰਾ ਤਾਂ ਨਿਤਨੇਮ ਟੁੱਟ ਜਾਊਗਾ। ਚੱਲਦਾ ਗਿਆ ਸਮਾਂ ਗੁਰਮੁਖ ਪਿਆਰਿਓ, ਜਿਹੜਾ ਲੜਕਾ ਸੀ ਉਹ ਵੀ ਲੜਕੀ ਦਾ ਉਹਨੇ ਸਾਥ ਨਾ ਦਿੱਤਾ, ਉਹ ਵੀ ਆਪਣੇ ਮਾਂ-ਬਾਪ ਦੀ ਉਹ ਕਰਦਾ ਸੀ। ਸਮਾਂ ਬੀਤਦਾ ਗਿਆ, ਰੌਲਾ ਰੱਪਾ ਲੰਘਦਾ ਗਿਆ, ਪੈਂਦਾ ਗਿਆ, ਬੱਚਾ ਹੋ ਗਿਆ ਘਰ ਦੇ ਵਿੱਚ। ਬੱਚਾ ਹੋਇਆ, ਬੱਚੇ ਨੂੰ ਉਹ ਮਾਂ ਸਿੱਖਿਆ ਦਿੰਦੀ ਆ, ਛੋਟੇ ਹੁੰਦੇ ਤੋਂ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਉਂਦੀ ਆ, ਗੁਰੂ ਘਰ ਬਾਰੇ ਦੱਸਦੀ ਆ, ਗੁਰੂ ਦਾ ਇਤਿਹਾਸ ਦੱਸਦੀ ਆ, ਆਪਣੇ ਬੱਚੇ ਨੂੰ ਲਗਨ ਲਾਉਂਦੀ ਆ। ਬੱਚੇ ਦੇ ਪਹਿਲੇ ਮਾਤਾ ਪਿਤਾ ਗੁਰੂ ਹੁੰਦੇ ਨੇ। ਜਿਹੋ ਜੀ ਬੱਚੇ ਨੂੰ ਸਿੱਖਿਆ ਦੇਵਾਂਗੇ ਨਾ, ਉਹੇ ਜੀ ਉਹਦੇ ਦਿਲ ਦਿਮਾਗ ਦੇ ਵਿੱਚ ਗੱਲਾਂ ਭਰੀਆਂ ਜਾਣੀਆਂ ਨੇ। ਹੁਣ ਬੱਚੇ ਨੂੰ ਸਿੱਖਿਆ ਦਿੰਦੀ ਆ ਰੋਜ਼, ਹੌਲੀ ਹੌਲੀ ਸਮਾਂ ਲੰਘਦਾ ਗਿਆ। ਜਦੋਂ ਸਹੁਰਾ ਪਰਿਵਾਰ ਤੰਗ ਲੱਗਿਆ ਕਰਨ ਜ਼ਿਆਦੇ, ਤਾਂ ਗੁਰਮੁਖ ਪਿਆਰਿਓ ਆਪਣੇ ਪੇਕੇ ਚਲੀ ਗਈ। ਆਖੋ ਸਤਨਾਮ। ਪੇਕੇ ਚਲੀ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ, ਬਾਣੀ ਪੜ੍ਹਦੇ ਸਮਾਂ ਬਤੀਤ ਹੁੰਦਾ ਗਿਆ, ਲੰਘਦਾ ਗਿਆ ਸਮਾਂ। ਤਾਂ ਗੁਰਮੁਖ ਪਿਆਰਿਓ ਉਸ ਲੜਕੇ ਨੇ ਵੇਖਿਆ ਵੀ ਮੇਰਾ ਬੱਚਾ ਤੇ ਘਰਵਾਲੀ ਮੇਰੇ ਤੋਂ ਦੂਰ ਨੇ, ਮਨ ਦੇ ਵਿੱਚ ਮੋਹ ਆ ਰਿਹਾ, ਪਿਆਰ ਜਾਗਦਾ ਬੱਚੇ ਦਾ, ਘਰਵਾਲੀ ਦਾ। ਤਾਂ ਗੁਰਮੁਖ ਪਿਆਰਿਓ ਆਪਣੇ ਮਾਂ-ਬਾਪ ਨੂੰ ਕਹਿਣ ਲੱਗਾ, ਕਹਿੰਦਾ ਮੈਂ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਵਾਂਗਾ। ਉਹ ਕਹਿਣ ਲੱਗੇ ਜਿੱਥੇ ਆਪਾਂ ਜਿਹੜੀ ਜਗ੍ਹਾ ਤੇ ਜਾਂਦੇ ਆ, ਆਪਾਂ ਆਪਣੇ ਨਾਲ ਜਾਂਦੀ ਨਹੀਂ, ਨਾ ਆਪਣੀ ਮੰਨਦੀ ਆ, ਆਪਣੀ ਮਨ ਦੀਆਂ ਮਰਜ਼ੀਆਂ ਕਰਦੀ ਆ। ਕਹਿੰਦਾ ਵੀ ਜੋ ਮਰਜ਼ੀ ਆ ਮੈਂ ਤਾਂ ਲੈ ਕੇ ਆਵਾਂਗਾ। ਚਲੇਗਾ ਲਿਜਾਣ ਵਾਸਤੇ ਗੁਰਮੁਖ ਪਿਆਰਿਓ, ਲਿਆਉਣ ਵਾਸਤੇ। ਜਦੋਂ ਉਸ ਨਗਰ ਦੇ ਵਿੱਚ ਗਿਆ, ਆਪਣੇ ਬੱਚੇ ਨੂੰ ਪਿਆਰ ਦਿੱਤਾ, ਘਰ ਵਾਲੀ ਨੂੰ ਮਿਲਿਆ। ਰਾਤ ਲੰਘੀ, ਕਹਿਣ ਲੱਗਾ ਭਾਗਵਾਨ ਨੇ ਚਲੋ ਹੁਣ ਆਪਾਂ ਆਪਣੇ ਘਰ ਚੱਲਦੇ ਆ। ਉਹ ਲੜਕੀ ਕਹਿੰਦੀ ਵੀ ਮੈਂ ਨਹੀਂ ਜਾਣਾ, ਤੇਰੇ ਮਾਂ-ਬਾਪ ਮੈਨੂੰ ਤੰਗ ਕਰਦੇ ਨੇ, ਨਾ ਨਿਤਨੇਮ ਕਰਨ ਦਿੰਦੇ ਨੇ, ਗੁਰਬਾਣੀ ਪੜ੍ਹਦੇ ਨੇ, ਮੈਨੂੰ ਹੋਰੇ ਪਾਸੇ ਲਈ ਫਿਰਦੇ ਆ, ਮੈਂ ਨਹੀਂ ਕਿਤੇ ਜਾਣਾ, ਮੈਂ ਗੁਰੂ ਤੋਂ ਬਿਨਾਂ ਨਹੀਂ ਕਿਸੇ ਨੂੰ ਮੰਨਦੀ। ਉਹ ਕਹਿੰਦਾ ਵੀ ਚੱਲ ਤੂੰ ਨਿਤਨੇਮ ਕਰ ਲਿਆ ਕਰੀ, ਤੈਨੂੰ ਕੋਈ ਨਹੀਂ ਰੋਕੂ। ਉਹ ਕਹਿਣ ਲੱਗੀ ਮੈਂ ਤੇਰੇ ਨਾਲ ਇੱਕ ਸ਼ਰਤ ਤੇ ਜਾਵਾਂਗੀ,
ਤੇਰੇ ਨਾਲ ਮੈਂ ਇੱਕ ਸ਼ਰਤ ਤੇ ਜਾਵਾਂਗੀ। ਕਹਿੰਦਾ ਉਹ ਕਿਹੜੀ ਸ਼ਰਤ ਆ? ਉਹ ਲੜਕੀ ਕਹਿਣ ਲੱਗੀ, ਬੀਬੀ ਕਹਿਣ ਲੱਗੀ, ਉਹ ਸ਼ਰਤ ਇਹ ਆ ਕਿ ਤੈਨੂੰ ਪਹਿਲਾਂ ਮੇਰੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਪੈਣਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਮੈਂ ਫਿਰ ਚੱਲਾਂਗੀ ਤੇਰੇ ਨਾਲ। ਕਹਿਣ ਲੱਗਾ, ਕਹਿੰਦਾ ਠੀਕ ਆ। ਹੁਣ ਬੰਦਾ ਫਸਿਆ ਕੀ ਨਹੀਂ ਕਰਦਾ ਬਈ। ਜਦੋਂ ਬੰਦਾ ਫਸਿਆ ਹੁੰਦਾ ਨਾ ਫਿਰ ਸਭ ਕੁਝ ਕਰਨਾ ਪੈਂਦਾ। ਆ ਮੰਤਰੀ ਹੁਣ ਵੋਟਾਂ ਪੈਣਗੀਆਂ ਨਾ, ਬੜੇ ਘਰ ਘਰ ਆ ਕੇ ਹੱਥ ਬੰਨਣਗੇ, ਜੀ ਸਾਡਾ ਖਿਆਲ ਰੱਖਿਓ ਜੀ, ਅਸੀਂ ਤੁਹਾਡਾ ਖਿਆਲ ਰੱਖਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਤੁਹਾਨੂੰ ਭੁਲੋ ਭੁਲਾ ਕੇ ਮਿੱਠੀਆਂ ਗੋਲੀਆਂ ਦੇ ਕੇ, ਸ਼ਰਾਬ ਦੀ ਬੋਤਲ ਦਾ ਲਾਲਚ ਦੇ ਕੇ, ਮਾਇਆ ਦਾ ਲਾਲਚ ਦੇ ਕੇ ਵੋਟਾਂ ਪਵਾ ਲੈਣਗੇ। ਉਦੋਂ ਬਾਅਦ 'ਚ ਫਿਰ ਕਿੰਨਾ ਕੁ ਸਾਡਾ ਸਤਿਕਾਰ ਕਰਦੇ ਨੇ। ਦਿੱਲੀ ਦੀ ਧਰਤੀ ਤੇ ਜਾ ਕੇ ਦੇਖੋ ਵੀ ਕਿੰਨਾ ਕੁ ਸਾਡਾ ਸਤਿਕਾਰ ਹੋ ਰਿਹਾ। ਸੜਕਾਂ ਦੇ ਉੱਤੇ ਸਾਡੇ ਕਿਸਾਨ ਭਰਾ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਬੱਚੇ ਬਜ਼ੁਰਗ ਰੁਲ ਰਹੇ ਨੇ। ਮੈਂ 8-9 ਵਾਰੀ ਦਿੱਲੀ ਜਾ ਕੇ ਆਇਆ, ਪਿੱਛੇ ਜੀ ਵੀ ਜਾ ਕੇ ਆਏ ਸੀ। ਹੁਣ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ। ਹਨੇਰੀ ਆ ਗਈ ਤਾਂ ਡਰ, ਮੀਂਹ ਆ ਗਿਆ ਤਾਂ ਡਰ, ਪਾਣੀ ਵੜ ਜਾਂਦਾ, ਹਵਾ ਨਾਲ ਟੈਂਟ ਉੱਡ ਜਾਂਦੇ ਆ। ਕਿੰਨੇ ਦੁੱਖ ਸੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਸਭ ਦੀ ਜੂਨ ਬੁਰੀ ਹੋਈ ਪਈ ਆ। ਜਿਹੜੀ ਤੇਲ ਦੀ ਬੋਤਲ ਗੁਰਮੁਖ ਪਿਆਰਿਓ 70 ਰੁਪਏ ਦੀ ਆਉਂਦੀ ਸੀ, ਅੱਜ 150 ਰੁਪਏ ਦੀ ਹੋ ਗਈ ਹੈ। ਕਿੰਨੀਆਂ ਕਿੰਨੀਆਂ ਹੋਰ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ। ਡੀਜ਼ਲ, ਪੈਟਰੋਲ, ਇਹ ਕੌਣ ਕਰ ਰਹੀਆਂ ਨੇ? ਇਹ ਕਰ ਰਹੀਆਂ ਨੇ ਸਰਕਾਰਾਂ। ਕਿੰਨਾ ਕੁ ਸਾਨੂੰ ਸੁੱਖ ਦੇ ਦਿੱਤਾ ਇਹਨਾਂ ਨੇ। ਜਦੋਂ ਇਹਨਾਂ ਨੂੰ ਲੋੜ ਹੁੰਦੀ ਹੈ ਬੜੇ ਹੱਥ ਬੰਨ੍ਹਦੇ ਨੇ, ਬੜੇ ਵਾਅਦੇ ਕਰਦੇ ਨੇ। ਦੇਖਿਆ ਨਾ, ਕਰਦੇ ਤੁਸੀਂ ਸਾਰੇ ਦੇਖਦੇ ਹੋ ਮੋਬਾਈਲ, ਫੇਸਬੁੱਕ, YouTube ਦੇ ਉੱਪਰ ਸਭ ਆਪਾਂ ਦੇਖਦੇ ਹਾਂ। ਅੱਜ ਕੱਲ੍ਹ ਕਿਹੜਾ ਕੋਈ ਪਤਾ ਨਹੀਂ, ਸਭ ਨੂੰ ਪਤਾ ਲੱਗ ਜਾਂਦਾ। ਮਤਲਬ ਹੁੰਦਾ ਸਭ ਕੁਝ ਕਰਦੇ ਆ। ਇਸੇ ਤਰ੍ਹਾਂ ਉਹ ਲੜਕੇ ਨੂੰ ਹੁਣ ਐ ਸੀ ਵੀ ਜੇ ਨਾ ਮੈਂ ਇਹਦੇ ਨਾਲ ਗਿਆ ਤਾਂ ਇਹਨਾਂ ਨੇ ਮੇਰੇ ਨਾਲ ਜਾਣਾ ਨਹੀਂ ਹੈ, ਹੁਣ ਜਾਣਾ ਪੈਣਾ। ਉਹ ਕਹਿੰਦਾ ਵੀ ਠੀਕ ਆ, ਮੈਨੂੰ ਮਨਜ਼ੂਰ ਹੈ, ਮੈਂ ਤੇਰੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਚੱਲਾਂਗਾ ਗੁਰੂ ਦੇ ਦਰਸ਼ਨ ਕਰਨ ਵਾਸਤੇ। ਜਦੋਂ ਗੁਰਮੁਖ ਪਿਆਰਿਓ ਤਿਆਰੀਆਂ ਕੀਤੀਆਂ, ਤਿਆਰੀਆਂ ਕਰਕੇ ਅੰਮ੍ਰਿਤਸਰ ਪਹੁੰਚੇ। ਜਦੋਂ ਅੰਮ੍ਰਿਤਸਰ ਦੇ ਦਰਸ਼ਨ ਕੀਤੇ, ਨਾਲੇ ਦੁਆਲੇ ਵੇਖੀ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਬੜਾ ਖੁਸ਼ ਹੋ ਰਿਹਾ ਅੰਦਰੋਂ ਅੰਦਰੀ। ਤੇ ਜਦੋਂ ਗੁਰਮੁਖ ਪਿਆਰਿਓ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਜਦੋਂ ਗੁਰੂ ਸਾਹਮਣੇ ਬੈਠਾ ਦਿਖਿਆ ਤੇ ਤਨ ਵੀ ਤੇ ਮਨ ਵੀ ਨਿਹਾਲ ਹੋ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਬਸ ਫਿਰ ਗੁਰੂ ਦੀ ਬਣ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਮਨ ਦੇ ਵਿੱਚ ਪਰਨ ਕਰ ਲੈ ਵੀ ਅੱਜ ਤੋਂ ਬਾਅਦ ਨਾ ਕੋਈ ਈਰ ਫਕੀਰ, ਨਾ ਕੋਈ ਰੋਟ, ਨਾ ਮੰਨੀ, ਕਿਤੇ ਕੁਤੇ ਨਹੀਂ ਜਾਣਾ ਹੈ। ਬਸ ਗੁਰੂ ਤੋਂ ਬਿਨਾ ਹੁਣ ਨਹੀਂ ਮੰਨਣਾ। ਘਰ ਵਾਲੀ ਨੂੰ ਵੀ ਕਹਿ ਦਿੱਤਾ ਭਾਗਵਾਨ ਨੇ, ਅੱਜ ਤੋਂ ਬਾਅਦ ਮੈਂ ਵੀ ਗੁਰਬਾਣੀ ਪੜ੍ਹਿਆ ਕਰਾਂਗਾ, ਮੈਂ ਵੀ ਕਿਤੇ ਨਹੀਂ ਜਾਵਾਂਗਾ। ਲੜਕੀ ਖੁਸ਼ ਹੋ ਗਈ ਵੀ ਚਲੋ ਮੇਰਾ ਜੀਵਨ ਸਾਥੀ ਦੀ ਤਾਂ ਮੇਰੇ ਨਾਲ ਹਾਂ 'ਚ ਹਾਂ ਮਿਲੀ, ਹੁਣ ਜੀਵਨ ਬਤੀਤ ਹੋ ਜਾਣਾ। ਚਲੇ ਗਏ, ਵਾਪਸ ਆਏ, ਵਾਹਿਗੁਰੂ ਗੁਰੂ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਨਿਹਾਲ ਹੋ ਗਿਆ। ਮਹਾਰਾਜ ਜੀ ਨੇ ਦੋਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਿਆ। ਕਹਿੰਦੇ ਭਾਈ ਠੀਕ ਹੋ, ਹੋਰ ਪਰਿਵਾਰ ਸਭ ਠੀਕ ਨੇ? ਕਹਿੰਦੇ ਮਹਾਰਾਜ ਜੀ ਦਇਆ ਕਿਰਪਾ, ਆ ਮੇਰਾ ਪਤੀ ਹੈ, ਘਰ ਵਾਲਾ ਹੈ, ਤੇ ਮਿਹਰ ਕਰਿਓ, ਕਿਰਪਾ ਕਰਿਓ। ਮਹਾਰਾਜ ਜੀ ਕਹਿੰਦੇ ਭਾਈ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਕਿਰਪਾ ਹੋ ਜਾਣੀ ਹੈ ਗੁਰੂ ਦੀ। ਤਾਂ ਗੁਰਮੁਖ ਪਿਆਰਿਓ ਗੁਰੂ ਦਾ ਆਸ਼ੀਰਵਾਦ ਲੈ ਕੇ ਘਰ ਆਏ। ਘਰ ਆ ਕੇ
ਹੁਣ ਦੋਨਾਂ ਦੀ ਸੁਰ ਇੱਕ ਹੋ ਗਈ। ਹੁਣ ਜਿਹੜੀ ਸੱਸ ਹੈ ਉਹ ਆਪਣੀਆਂ ਉਹੀ ਗੱਲਾਂ ਵੀ ਆਪਾਂ ਨੇ ਜੀ ਫਲਾਣੇ ਥਾਵੇਂ ਜਾਣਾ, ਉਹ ਕਹਿੰਦੇ ਵੀ ਹੁਣ ਨਹੀਂ ਕਿਤੇ ਜਾਣਾ। ਲੜਕਾ ਵੀ ਕਹਿਣ ਲੱਗਾ ਬੇਬੇ ਹੁਣ ਨਹੀਂ ਅਸੀਂ ਜਾਣਾ, ਜਿੱਥੇ ਜਾਣੇ ਸੀ ਉੱਥੇ ਜਾ ਪਹੁੰਚੇ, ਆਖੋ ਸਤਨਾਮ ਵਾਹਿਗੁਰੂ ਜੀ। ਉਹਨੂੰ ਗਾਲਾਂ ਕੱਢਣ ਲੱਗੀ, ਕਹਿੰਦੀ ਪਤਾ ਨਹੀਂ ਕੀ ਸੰਘਾ ਲਈ ਇਹਨੂੰ, ਕੀ ਕਰ ਲਈ, ਕਿਹੜੇ ਬਾਬੇ ਲਵੇ ਲੈ ਗਈ, ਕਿਹੜਾ ਤਾਗਾ ਤਵੀਤ ਕਰਾ ਲਈ, ਇਹਦਾ ਹੁਣ ਸਾਡੀ ਉਹ ਮੰਨਣੋਂ ਹਟ ਗਿਆ, ਆਖੋ ਸਤਨਾਮ ਵਾਹਿਗੁਰੂ ਜੀ। ਬਹੁਤ ਮਿਲਦੀਆਂ ਨੇ ਮਾਈਆਂ ਸਾਨੂੰ ਇਸ ਤਰ੍ਹਾਂ ਦੀਆਂ, ਬਾਹਰ ਥਾਂ ਥਾਂ ਦੇ ਉੱਤੇ ਜਾਂਦੇ ਆ, ਬਾਬਾ ਜੀ ਕਿਰਪਾ ਕਰੋ, ਕੀ ਹੋ ਗਿਆ ਭਾਈ, ਮੇਰਾ ਪੁੱਤ ਮੇਰੇ ਕਹਿਣੇ 'ਚ ਨਹੀਂ ਜੀ ਆਪਦੇ ਘਰ ਵਾਲੀ ਦੀ ਮੰਨਦਾ। ਲੈ ਦੱਸੋ, ਜੇ ਘਰ ਵਾਲੀ ਦੀ ਮੰਨਦਾ ਕੋਈ ਮਾੜੀ ਗੱਲ ਆ ਭਾਈ? ਦੋਵੇਂ ਜੀਵਨ ਸਾਥੀ ਨੇ, ਮਿਲ ਕੇ ਚੱਲਦੇ ਨੇ, ਜੀਵਨ ਬਤੀਤ ਹੁੰਦਾ ਜੇ ਮਿਲ ਕੇ ਚੱਲਣਗੇ ਤਾਈਓ ਹੈ ਨਾ। ਅੱਧੀ ਤਾਂ ਲੜਾਈ ਇਸ ਤਰ੍ਹਾਂ ਹੀ ਪਈ ਜਾਂਦੀ, ਆਖੋ ਸਤਨਾਮ ਵਾਹਿਗੁਰੂ ਜੀ। ਇਹ ਜਿੱਦੇ ਦੀ ਆਈ ਆ ਉਹਦੇ ਦੀ ਸਾਡਾ ਮੁੰਡਾ ਵਿਗਾੜਤਾ, ਆਖੋ ਸਤਨਾਮ ਵਾਹਿਗੁਰੂ ਜੀ। ਪਹਿਲਾਂ ਵਧੀਆ ਹੁੰਦਾ ਜੀ, ਆ ਗੱਲਾਂ ਬਾਤਾਂ ਘਰਾਂ 'ਚ ਨੇ, ਸੁਰਾਓ ਵਿਚਾਰ। ਹੁਣ ਦੋਨਾਂ ਦੀ ਸੁਰ ਇੱਕ ਹੋ ਗਈ। ਉਹ ਕਹਿੰਦੇ ਬੇਬੇ ਅਸੀਂ ਨਹੀਂ ਕਿਤੇ ਜਾਣਾ। ਉਹ ਕਹਿੰਦੀ ਜੇ ਤੁਸੀਂ ਸਾਡੀ ਨਹੀਂ ਮੰਨਦੇ ਜਾਓ ਫਿਰ ਅੱਡ ਹੋ ਜਾਓ, ਘਰ ਦੇ ਵਿੱਚ ਨਾ ਤੁਹਾਨੂੰ ਘਰ ਦੇ ਵਿੱਚ ਜਗ੍ਹਾ ਦਿੱਤੀ ਜਾਣੀ ਆ, ਤੁਹਾਨੂੰ ਕੁਝ ਨਹੀਂ ਦਿੱਤਾ ਜਾਣਾ, ਬੇਦਖਲ ਕਰ ਦਿੱਤਾ, ਜਾਓ ਸਾਡੇ ਘਰੇ ਚਲੇ ਜਾਓ। ਉਹ ਕਹਿਣ ਲੱਗੇ ਠੀਕ ਆ ਅਸੀਂ ਘਰੋਂ ਚਲੇ ਜਾਂਦੇ ਆ। ਘਰੋਂ ਚਲੇ ਗਏ ਤਾਂ ਗੁਰਮੁਖ ਪਿਆਰਿਓ ਥੋੜੇ ਜਿਹੇ ਖੇਤਾਂ ਦੇ ਵਿੱਚੋਂ ਥੋੜੀ ਜਿਹੀ ਜਗ੍ਹਾ ਦੇ ਦਿੱਤੀ, ਉੱਥੇ ਛਪਰੀ ਪਾ ਕੇ ਰਹਿਣ ਲੱਗੇ। ਦੋਨੇ ਗੁਰਸਿੱਖ ਬਣ ਗਿਆ ਤੇ ਸਿੰਘਣੀ, ਗੁਰਸਿੱਖ ਤੇ ਸਿੰਘਣੀ ਹੁਣ ਛਪਰੀ ਦੇ ਵਿੱਚ ਰਹਿੰਦੇ ਨੇ। ਦੋਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ। ਨਾਮ ਦੇ ਸਿਮਰਨ ਦੇ ਵਿੱਚ ਹੀ ਬਰਕਤਾਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੱਲਾ ਕੱਲਾ ਸ਼ਬਦ ਸਾਨੂੰ ਸਿਮਰਨ ਕਰਨ ਵਾਸਤੇ ਕਹਿੰਦਾ ਹੈ। ਸਿਮਰਨ ਕਿਵੇਂ ਕਰਨਾ? ਸਾਸ ਗਰਾਸ, ਸਾਸ ਗਰਾਸ। ਮਹਾਰਾਜ ਜੀ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਸੁਣਿਓ ਧਿਆਨ ਨਾਲ ਜਿਹੜੇ ਸਿਮਰਨ ਕਰਨ ਵਾਲੇ ਨੇ। ਹੁਣ ਰਾਮ ਰਾਮ ਕਰਦਾ ਤਾਂ ਸਾਰਾ ਜਗ ਫਿਰਦਾ, ਮਹਾਰਾਜ ਜੀ ਕਹਿੰਦੇ ਰਾਮ ਨਾ ਪਾਇਆ ਜਾਏ। ਕਿਉਂ ਨਹੀਂ ਪਾਇਆ ਜਾਂਦਾ? ਕੋਈ ਜੁਗਤੀ ਹੁੰਦੀ ਆ, ਕੋਈ ਵਿਧੀ ਹੁੰਦੀ ਆ। ਨਾਮ ਜਪਣ ਦੀ ਜੁਗਤੀ ਰੱਬ ਦੇ ਪਿਆਰਿਆਂ ਕੋਲ ਹੁੰਦੀ ਆ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਜੁਗਤੀ ਦੇ ਦਿੰਦੇ ਨੇ। ਸਾਸ ਗਰਾਸ ਸਿਮਰਨ ਕਰਨ ਵਾਸਤੇ ਸਤਿਗੁਰੂ ਮਹਾਰਾਜ ਦੀ ਬਾਣੀ, ਸ਼ਬਦ ਸਤਿਗੁਰੂ ਦੇ ਬਚਨ ਸਿਮਰਨ ਕਰਨ ਵਾਸਤੇ ਸਾਸ ਗਰਾਸ ਕਹਿੰਦੇ ਨੇ। ਉਹ ਕਿਵੇਂ? ਜਦੋਂ ਸਾਹ ਅੰਦਰ ਨੂੰ ਲਿਆਣਾ ਵਾਹ, ਜਦੋਂ ਸਾਹ ਬਾਹਰ ਨੂੰ ਕੱਢਣਾ ਤਾਂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਸ ਤਰ੍ਹਾਂ ਜਦੋਂ ਅਸੀਂ ਸਿਮਰਨ ਕਰਾਂਗੇ ਨਾ, ਫਿਰ ਜਿਹੜੀ ਸਾਡੀ ਆਤਮਾ ਪ੍ਰਮਾਤਮਾ ਦੇ ਨਾਲ ਮਿਲ ਜਾਣੀ। ਆਖੋ ਸਤਨਾਮ ਵਾਹਿਗੁਰੂ ਜੀ। ਸਾਨੂੰ ਤਪੋਵਨ ਟੱਕੀ ਸਾਹਿਬ ਮਹਾਂਪੁਰਖਾਂ ਦੇ ਜਦੋਂ ਚਰਨਾਂ ਦੇ ਵਿੱਚ ਗਏ ਆ ਨਾ, ਉੱਥੇ ਰੋਜ਼ 2:30 ਵਜੇ ਤੋਂ ਲੈ ਕੇ 4 ਵਜੇ ਤੱਕ ਨਿਰੰਤਰ ਸਿਮਰਨ। ਇੱਕ ਦਰਬਾਰ ਸਾਹਿਬ ਬਾਹਰ ਬਣਿਆ, ਤੁਸੀਂ ਦੇਖਿਆ ਹੋਣਾ ਸੰਗਤਾਂ ਨੇ, ਬਾਹਰ ਬਣਿਆ ਹੋਇਆ ਇੱਕ ਦਰਬਾਰ ਸਾਹਿਬ ਭੋਰਾ ਸਾਹਿਬ ਦੇ ਸਾਹਮਣੇ ਅੰਦਰ ਬਣਿਆ ਹੋਇਆ। ਉਹ ਸਪੈਸ਼ਲ ਸਿਮਰਨ ਕਰਨ ਵਾਸਤੇ ਬਣਾਇਆ ਹੋਇਆ। ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਪਾਸੇ ਭੈਣਾਂ ਬੈਠੀਆਂ ਹੁੰਦੀਆਂ ਸੀ, ਚਿੱਟੇ ਰੰਗ ਦੇ ਵਸਤਰ ਪਾਏ ਹੁੰਦੇ ਸੀ, ਦੂਸਰੇ ਪਾਸੇ ਸਾਰੇ ਗੁਰਸਿੱਖ ਬੈਠੇ ਹੁੰਦੇ ਸੀ, ਚਿੱਟੇ ਵਸਤਰ ਪਾਏ ਹੋਏ ਸਿਮਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਜਪਾ ਜਾਪ ਸਿਮਰਨ ਜਦੋਂ ਕਰਦੇ ਆ ਨਾ, ਫਿਰ ਗੁਰਮੁਖ ਪਿਆਰਿਓ ਪ੍ਰਮਾਤਮਾ ਦੇ ਵਿੱਚ ਭੇਦ ਹੋ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਜੇ ਉਤੋਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਕੁਝ ਨਹੀਂ ਪੱਲੇ ਪੈਣਾ ਹੈ। ਮੈਂ ਨਹੀਂ ਕਹਿੰਦਾ, ਵਾਹਿਗੁਰੂ ਜੀ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਜਦੋਂ ਵਿਧੀ ਦੇ ਨਾਲ, ਜਦੋਂ ਢੰਗ ਦੇ ਨਾਲ, ਕਾਨੂੰਨ ਮਰਿਆਦਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਾਂਗੇ ਨਾ, ਫਿਰ ਪਰਮੇਸ਼ਰ ਨੂੰ ਪਾ ਲਵੋਗੇ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਸਿਮਰਨ ਕਰਦੇ ਨੇ ਤੇ ਦਸਾਂ ਨੌਂ ਦੀ ਕਿਰਤ ਕਮਾਈ ਕਰਦੇ ਨੇ।
ਜਦੋਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਕਮਾਈ ਦੇ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ। ਆਖੋ ਸਤਨਾਮ ਵਾਹਿਗੁਰੂ ਜੀ। ਜਿਉਂ-ਜਿਉਂ ਸਿਮਰਨ ਕਰਦੇ ਆ ਤੇ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ। ਬਰਕਤਾਂ ਪੈਣੀਆਂ ਸ਼ੁਰੂ ਹੋਈਆਂ, ਮਾਇਆ ਜਮਾ ਹੋਣ ਲੱਗੀ। ਹੌਲੀ ਹੌਲੀ ਘਰ ਬਣਾ ਲਿਆ, ਹੌਲੀ ਹੌਲੀ ਬਾਲ ਬੱਚਾ ਪੜ੍ਹਨਾ ਲਾ ਦਿੱਤਾ, ਬੱਚਾ ਵੱਡਾ ਹੁੰਦਾ ਗਿਆ। ਜਦੋਂ ਬੱਚਾ ਗੁਰਮੁਖ ਪਿਆਰਿਓ 10 ਸਾਲ ਦਾ ਹੋਇਆ ਨਾ, ਉਹ ਆਪਣੀ ਮਾਂ ਨੂੰ ਪੁੱਛਦਾ, ਮਾਂ ਜਿਹੜਾ ਗੁਰੂ ਦੇ ਆਪਾਂ ਸੇਵਕ ਆ, ਕਦੇ ਆਪਾਂ ਨੂੰ ਵੀ ਉਹ ਗੁਰੂ ਦੇ ਦਰਸ਼ਨ ਹੋ ਜਾਣਗੇ? ਅੱਜ ਕੱਲ੍ਹ ਤਾਂ ਬੱਚੇ ਬੜੇ ਤੇਜ਼ ਨੇ, ਛੋਟੇ ਛੋਟੇ ਬੜੇ ਤੇਜ਼ ਨੇ। ਪਹਿਲਾਂ ਤਾਂ ਆਪਾਂ ਦੇਖਦੇ ਹੀ ਆ, ਅਸੀਂ ਫਿਰੀ ਜਾਂਦੇ ਨੰਗੇ ਧੜੰਗੇ, ਕਿੱਡੇ ਕਿੱਡੇ 10-10 ਸਾਲ ਦੀ ਉਮਰ ਹੋ ਜਾਂਦੀ ਸੀ। ਅਸੀਂ ਕਦੇ ਇੱਧਰ ਨੂੰ ਖੇਡਣ ਲੱਗੇ, ਕਦੇ ਇੱਧਰ ਨੂੰ, ਵਿੱਚੇ ਮੁੰਡੇ ਕੁੜੀਆਂ, ਕੋਈ ਫਰਕ ਹੀ ਨਹੀਂ ਹੁੰਦਾ ਸੀ। ਕੋਈ ਜਵਾਨਾ ਐਸੇ ਨਹੀਂ ਸੀ, ਬੜਾ ਵਧੀਆ ਜਵਾਨਾ ਸੀ। ਅੱਜ ਤੋਂ ਮੰਨ ਕੇ ਚੱਲੀਏ 40 ਕੁ ਸਾਲ ਪਿੱਛੇ ਕਿੰਨਾ ਵਧੀਆ ਜਵਾਨਾ ਸੀ। ਐਸੀ ਕੋਈ ਫਿਕਰ ਫਾਕਾ। ਕੱਲ ਅਸੀਂ ਜਗਰਾਉਂ ਦੀ ਧਰਤੀ ਤੇ ਗਏ ਆ, ਨਾਨਕਸਰ ਦੇ ਨੇੜੇ। ਉੱਥੇ ਸਾਡਾ ਦੀਵਾਨ ਸੀ ਤੇ ਉੱਥੇ ਜਦੋਂ ਅਸੀਂ ਜਾ ਰਹੇ, ਸਾਨੂੰ ਪਤਾ ਲੱਗਿਆ ਬੜਾ ਇਕੱਠ ਹੋਇਆ, ਬੜਾ ਪ੍ਰਸ਼ਾਸਨ ਇਕੱਠਾ ਹੋਇਆ, ਬੜੀ ਪੁਲਿਸ ਇਕੱਠੀ ਹੋਈ। ਮੇਰੇ ਨਾਲ 4 ਗੱਡੀਆਂ ਸੀ। ਸਿੰਘ ਕਹਿਣ ਲੱਗੇ, ਬਾਬਾ ਜੀ ਆ ਦੇਖੀਏ ਕੀ ਰੌਲਾ ਰੱਪਾ ਜਿਹਾ ਪਿਆ ਹੋਇਆ। ਮੈਂ ਚਲੋ ਦੇਖਦੇ ਆ। ਜਦੋਂ ਅਸੀਂ ਉੱਥੇ ਗਏ, ਉੱਥੇ ਇਹੋ ਜਿਹੀ ਘਟਨਾ ਵਾਪਰੀ। 8 ਸਾਲ ਦੀ ਲੜਕੀ ਦੇ ਨਾਲ ਮੰਦਭਾਗੀ ਘਟਨਾ ਵਾਪਰੀ। ਗਵਾਂਢ ਦੀ ਲੜਕਾ ਸੀ। ਦੇਖੋ ਇਹੋ ਜਿਹੇ ਹਾਲਾਤ ਦੁਨੀਆ ਦੇ ਅੱਜ ਹੋ ਗਏ। ਉਹ ਪਰਿਵਾਰ ਦੇ ਨਾਲ ਅਸੀਂ ਦੁੱਖ ਨਾਲ ਦੁੱਖ ਸਾਂਝਾ ਕਰਕੇ ਆਏ ਆ। ਮਾਂ ਵੀ ਮਿਲ ਕੇ ਜਾਵਾਂਗੇ ਪਰਿਵਾਰ ਨੂੰ। ਉਹਨਾਂ ਨੂੰ ਕਹਿ ਕੇ ਆਏ ਵੀ ਜੇ ਤਾਂ ਪ੍ਰਸ਼ਾਸਨ ਕਰਦਾ ਗੌਰ, ਜੇ ਤਾਂ ਇਹਦੇ ਉੱਪਰ ਕੋਈ ਗੌਰ ਕਰਦਾ ਪੂਰੀ ਤਾਂ ਠੀਕ ਆ। ਜੇ ਢਿੱਲ ਕਰਦਾ, ਫਿਰ ਸਾਡਾ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ, ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਦੁਨੀਆ ਦੇ ਉੱਤੇ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਬਣਾਇਆ। ਵਰਲਡ ਦੇ ਵਿੱਚ ਥਾਂ ਥਾਂ ਦੇ ਉੱਤੇ ਅਸੀਂ ਪਹੁੰਚਦੇ ਆ, ਜਾਂਦੇ ਆ। ਜੇ ਕੋਈ ਕਾਰਵਾਈ ਨਹੀਂ ਕਰੇਗਾ, ਫਿਰ ਤੁਸੀਂ ਸਾਨੂੰ ਦੱਸ ਦਿਓ ਤੇ ਅਸੀਂ ਸਾਰੀ ਸੰਤ ਸਮਾਜ ਪਹੁੰਚਾਂਗੇ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਪ੍ਰਸ਼ਾਸਨ ਵੀ ਹੱਥ ਬੰਨ੍ਹਣ ਲੱਗ ਗਿਆ, ਕਹਿਣ ਲੱਗਿਆ, ਬਾਬਾ ਜੀ ਅਸੀਂ ਇਹਨੂੰ ਪੂਰੀ ਗੌਰ ਦੇ ਨਾਲ ਸੀਰੀਅਸ ਲਵਾਂਗੇ, ਤੁਸੀਂ ਘਬਰਾਓ ਨਾ, ਤੁਹਾਡਾ ਸਾਥ ਹੋਣਾ ਚਾਹੀਦਾ ਸਾਨੂੰ। ਫੋਟੋਆਂ ਵੀ ਫੇਸਬੁੱਕ ਦੇ ਉੱਪਰ ਵਾਇਰਲ ਕੀਤੀਆਂ ਸੀ ਨੇ, ਪਾਈਆਂ ਨੇ। 8 ਸਾਲ ਦੀ ਬੱਚੀ ਦੇ ਨਾਲ ਮੰਦਭਾਗੀ ਘਟਨਾ ਵਾਪਰੀ। ਇਹੋ ਜਿਹੇ ਹਾਲਾਤ ਹੋ ਗਏ ਦੁਨੀਆ ਦੇ। 40 ਸਾਲ ਪਿੱਛੇ ਕੋਈ ਫਿਕਰ ਨਹੀਂ ਹੁੰਦਾ ਸੀ, ਕੋਈ ਫਾਕਾ ਨਹੀਂ ਹੁੰਦਾ ਸੀ। ਅੱਜ ਤਾਂ 10 ਸਾਲ ਦੀ ਲੜਕੀ ਹੋ ਜਾਏ ਤੇ ਮਾਪਿਆਂ ਦੀ ਨੀਂਦ ਖਰਾਬ ਹੋ ਜਾਂਦੀ ਆ। ਆਖੋ ਸਤਨਾਮ ਵਾਹਿਗੁਰੂ ਜੀ। ਰਹੋ ਵਿਚਾਰ। ਉਹ ਲੜਕਾ ਕਹਿਣ ਲੱਗਾ, ਉਹਦਾ ਨਾਮ ਭਾਈ ਪੱਲਾ ਸੀ। ਲੜਕੇ ਦਾ ਨਾਮ ਭਾਈ ਪੱਲਾ ਰੱਖਿਆ। ਭਾਈ ਪੱਲਾ ਕਹਿਣ ਲੱਗਾ, ਮਾਤਾ ਕਦੇ ਆਪਣੇ ਗੁਰੂ ਵੀ ਆਪਣੇ ਘਰ ਆਣਗੇ, ਕਦੇ ਆਪਾਂ ਨੂੰ ਵੀ ਦਰਸ਼ਨ ਹੋ ਜਾਣਗੇ। ਮਾਤਾ ਕਹਿਣ ਲੱਗੀ, ਪੁੱਤਰ ਦਰਸ਼ਨ ਹੋ ਜਾਣਗੇ, ਸਿਮਰਨ ਕਰਿਆ ਕਰ, ਗੁਰੂ ਅੰਤਰਜਾਮੀ ਆ, ਉਹ ਤਾਂ ਆਪਣੇ ਆਪ ਚੱਲ ਕੇ ਆ ਜਾਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਸਿਮਰਨ ਕਰਿਆ ਕਰ ਪੁੱਤਰ, ਗੁਰੂ ਜੀ ਆਵਣਗੇ। ਕਹਿੰਦਾ ਮਾਤਾ ਜੇ ਮੈਂ ਸਿਮਰਨ ਕਰਾਂਗਾ, ਜੇ ਗੁਰੂ ਆ ਗਏ, ਉਹਨਾਂ ਦਾ ਕਿਹੋ ਜਿਹਾ ਚਿਹਰਾ, ਕਿਵੇਂ ਦੇ ਨੇ, ਕਿਵੇਂ ਲੱਗਦੇ ਨੇ ਦੇਖਣ ਨੂੰ? ਕਹਿੰਦੇ ਪੁੱਤਰ ਉਹ ਘੋੜੇ ਦੇ ਉੱਤੇ ਚੜ੍ਹ ਕੇ ਆਉਣਗੇ ਤੇ ਕਲਗੀ ਲੱਗੀ ਹੋਵੇਗੀ ਅਤੇ ਬੜਾ ਲੰਮਾ ਕੱਦ ਹੈ ਮਹਾਰਾਜੀਆਂ ਦਾ ਤੇ ਨਾਲ ਸਿੰਘ ਹੋਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦਾ ਮਾਤਾ ਜੀ ਮੇਰੇ ਸਿਮਰਨ ਕਰਦੇ ਕਰਦੇ ਖੇਤਾਂ ਦੇ ਵਿੱਚ ਬੈਠੇ ਕਿਤੇ ਗੁਰੂ ਜੀ ਆ ਗਏ, ਉਹਨਾਂ ਨੂੰ ਫਿਰ ਮੈਂ ਕੀ ਭੇਟਾ ਕਰਾਂਗਾ, ਉਹਨਾਂ ਨੂੰ ਕੀ ਸਕਣ ਨੂੰ ਦਿਆਂਗਾ? ਕਹਿੰਦੇ ਪੁੱਤਰ ਆ 1.25 ਰੁਪਈਆ ਆਪਦੇ ਲਵੇ ਰੱਖੀ, ਆ 1.25 ਰੁਪਈਆ ਆਪਣੇ ਲਵੇ ਰੱਖੀ ਤੇ ਇੱਕ ਗੁੜ ਦੀ ਰੋੜੀ
ਇਹ ਵੀ ਆਪਣੇ ਕੱਪੜੇ ਦੇ ਵਿੱਚ ਬੰਨ੍ਹ ਕੇ ਲਵੇ ਰੱਖੀ। ਜਦੋਂ ਗੁਰੂ ਜੀ ਆਉਣਗੇ ਤਾਂ ਉਹਨਾਂ ਨੂੰ 1.25 ਰੁਪਈਆ ਰੱਖ ਕੇ ਮੱਥਾ ਟੇਕ ਦੇਵੀ ਤੇ ਆ ਗੁੜ ਦੀ ਰੋੜੀ ਛਕਣ ਵਾਸਤੇ ਦੇ ਦੀ। ਗੁਰੂ ਜੀ ਖੁਸ਼ ਹੋ ਜਾਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਕਹਿਣ ਲੱਗਾ ਠੀਕ ਹੈ ਮਾਤਾ ਜੀ। ਹੁਣ ਭਾਈ ਪੱਲਾ ਖੇਤਾਂ ਦੇ ਵਿੱਚ ਬੈਠ ਕੇ ਕੱਪੜਾ ਵਿਛਾ ਕੇ ਰੋਜ਼ ਸਿਮਰਨ ਕਰਦਾ ਆ। ਆਖੋ ਸਤਨਾਮ ਵਾਹਿਗੁਰੂ ਜੀ। ਮਾਂ ਬਾਪ ਦੀ ਲਗਨ ਲੱਗੀ ਹੋਈ। ਜਿਵੇਂ ਆਪਾਂ ਕਹਿੰਦੇ ਸਿਆਣੇ ਬੰਦੇ ਕਹਿੰਦੇ ਨਹੀਂ ਵੀ ਜਿਹੇ ਜੇ ਮਾਏ ਉਹੇ ਜੇ ਜਾਏ, ਜਿਹੇ ਜੇ ਮਾਂ ਬਾਪ ਹੁੰਦੇ ਨੇ ਭਾਈ ਉਹੇ ਜੇ ਬੱਚੇ ਬਣ ਜਾਂਦੇ ਆ। ਕਈ ਵਾਰ ਇਹੋ ਜਿਹਾ ਵੀ ਹੋ ਜਾਂਦਾ ਕੰਮ, ਮਾਂ ਬਾਪ ਵਧੀਆ ਹੁੰਦੇ ਨੇ ਤੇ ਬੱਚੇ ਵਿਗੜ ਜਾਂਦੇ ਆ। ਉਹਦਾ ਕਾਰਨ ਕੀ ਆ? ਮਾੜੀ ਸੰਗਤ, ਨਸ਼ੇ ਕਰਨ ਵਾਲੇ ਸੰਗਤ ਬੈਠਣਾ, ਮਾੜੀ ਸੰਗਤ ਬੈਠਣਾ, ਫਿਰ ਉਹੋ ਜਿਹਾ ਰੰਗ ਚੜ ਜਾਂਦਾ। ਮਹਾਰਾਜ ਜੀ ਕਹਿੰਦੇ ਜੈਸੀ ਸੰਗਤ ਵੈਸੀ ਪੰਗਤ। ਜਿਹੇ ਜੀ ਸੰਗਤ ਮਿਲ ਜਾਂਦੀ ਆ ਉਹੀ ਜੀ ਬੰਦੇ ਨੂੰ ਰੰਗਤ ਚੜ ਜਾਂਦੀ ਆ। ਹੁਣ ਸਿਮਰਨ ਕਰਦਾ ਰੋਜ਼ ਭਾਈ ਪੱਲਾ ਬੈਠ ਕੇ। ਇੱਕ ਦਿਨ ਬਾਅਦ ਸੁਰਤੀ ਫਿਰ ਐਸੀ ਜੁੜ ਗਈ, ਅਰਦਾਸ ਕਰਦਾ ਹੈ, ਅਰਦਾਸ ਕਰਦਾ ਮਨੋ ਮਨੀ। ਕੀ ਕਹਿੰਦਾ ਆਓ ਪੜ੍ਹ ਲਓ ਜਰਾ ਗੱਜ ਵੱਜ ਕੇ। ਆਪਾਂ 10-15 ਮਿੰਟਾਂ ਦੇ ਵਿੱਚ ਆਪਣਾ ਇਤਿਹਾਸ ਦੀ ਸਮਾਪਤੀ, ਫਿਰ ਅਰਦਾਸ ਹੁਕਮਨਾਮਾ ਸਾਹਿਬ। ਸੋ ਸਾਰੀਆਂ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਨੂੰ ਇੱਕ ਸਿੱਕਾ ਚਾਂਦੀ ਦਾ ਦਿੱਤਾ ਜਾਵੇਗਾ। ਮੈਂ ਸੰਗਰਾਂਦ ਨੂੰ ਵੀ ਚਾਂਦੀ ਦਾ ਸਿੱਕਾ ਦਿੱਤਾ ਸੀ। ਤਕਰੀਬਨ ਨਹੀਂ ਕਰਦੇ ਵੀ 400 ਸਿੱਕਾ ਚਾਂਦੀ ਦਾ ਵੰਡਿਆ ਗਿਆ ਸੰਗਰਾਂਦ ਨੂੰ। 400 ਇਹ ਆਪਾਂ ਅਰਦਾਸ ਤੋਂ ਬਾਅਦ ਇੱਕ ਜ਼ਰੂਰ ਦੇਵਾਂਗੇ। ਸਾਰਿਆਂ ਨੇ ਲੈ ਕੇ ਜਾਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲੇ ਦੇ ਸੰਬੰਧ ਵਿੱਚ ਇਹ ਸਿੱਕੇ ਤਿਆਰ ਕਰਵਾਏ ਸੀ। 1 ਕਰੋੜ ਰੁਪਏ ਦੇ ਇਹ ਸਿੱਕੇ ਅਸੀਂ ਨੇ ਵੰਡ ਦਿੱਤੇ ਆ। ਜਿੱਥੇ ਵੀ ਦੀਵਾਨ ਲਾਣ ਜਾਂਦੇ ਆ ਉੱਥੇ ਇੱਕ ਸਿੱਕਾ ਪ੍ਰੇਮ ਵਜੋਂ, ਨਿਸ਼ਾਨੀ ਵਜੋਂ ਸਾਂਭ ਕੇ ਰੱਖਣ ਵਾਸਤੇ ਇਹ ਸੰਗਤਾਂ ਨੂੰ ਦਿੱਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲਿਖਿਆ ਉੱਪਰ। ਆਓ ਭਾਈ ਪੱਲਾ ਅਰਦਾਸ ਕਰਦਾ। ਕੀ ਅਰਦਾਸ ਕਰਦਾ? ਆਓ ਸੁਣੋ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਜੀ ਮੈਂ ਰੋਜ਼ ਉਡੀਕਾਂ ਤੈਨੂੰ ਦੇ ਦੀਦਾਰ ਮਾਲਕਾ। ਜੀ ਮੈਂ ਰੋਜ਼ ਉਡੀਕਾਂ ਤੈਨੂੰ ਦੇ ਦੀਦਾਰ ਮਾਲਕਾ। ਜੀ ਮੈਂ ਰੋਜ਼ ਉਡੀਕਾਂ ਤੈਨੂੰ
ਮਿਲੇਗਾ ਆਕੇ ਦਿਲਾਂ ਦੇ ਦਿਲਦਾਰ ਮਾਲਕਾ ਹੁਣ ਕਦੋਂ ਮਿਲੇਗਾ ਆਕੇ ਦਿਲਾਂ ਦੇ ਦਿਲਦਾਰ ਮਾਲਕਾ ਹੁਣ ਕਦੋਂ ਮਿਲੇਗਾ ਆਕੇ ਦਿਲਾਂ ਦੇ ਦਿਲਦਾਰ ਮਾਲਕਾ ਹੁਣ ਕਦੋਂ ਮਿਲੇਗਾ ਆਕੇ ਦਿਲਾਂ ਦੇ ਦਿਲਦਾਰ ਮਾਲਕਾ ਕਦੋਂ ਮਿਲੇਗਾ ਆਕੇ ਦਿਲਾਂ ਦੇ ਵਿੱਚ ਤਾਰ ਮਾਲਕਾ ਹੁਣ ਕਦੋਂ ਮਿਲੇਗਾ ਆਕੇ ਦਿਲਾਂ ਦੇ ਵਿੱਚ ਤਾਰ ਮਾਲਕਾ ਦਾਤਾ ਕਿੱਥੇ ਬਹਿ ਗਿਆ ਜਾ ਕੇ ਦੇ ਦੀਦਾਰ ਮਾਲਕਾ ਦਾਤਾ ਕਿੱਥੇ ਜਾ ਕੇ ਬਹਿ ਗਿਆ ਦੇ ਦੀਦਾਰ ਮਾਲਕਾ ਦਾਦਾ ਕਿੱਥੇ ਜਾ ਕੇ ਬਹਿ ਗਿਆ ਦੇ ਦੀਦਾਰ ਮਾਲਕਾ ਦਾਦਾ ਕਿਤੇ ਬਹਿ ਗਿਆ ਜਾ ਕੇ ਦੇ ਦੀਦਾਰ ਮਾਲਕਾ ਕਿਤੇ ਬਹਿ ਗਿਆ ਜਾ ਕੇ ਦੇ ਦੀਦਾਰ ਮਾਲਕਾ ਦਾਤਾ ਕਿਤੇ ਬਹਿ ਗਿਆ ਜਾ ਕੇ ਦੇ ਦੀਦਾਰ ਮਾਲਕਾ ਹਰਦਮ ਦੇ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਮਾਲਕਾ ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤਾਰ ਮਾਲਕਾ ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਤਾਰ ਮਾਲਕਾ ਹਰਦਮ ਰਹਿੰਦੀ ਦਿਲਾਂ ਦੇ ਦੇ ਵਿੱਚ ਵਿੱਚ ਵੱਜਦੀ ਤੇਰੀ ਤਾਰ ਮਾਲਕਾ ਹਰਦਮ ਰਹਿੰਦੀ ਦਿਲਾਂ ਦੇ ਵਿੱਚ ਵੱਜਦੀ ਤੇਰੀ ਤਾਰ ਹੁਣ ਗੁਰਮੁਖ ਪਿਆਰਿਓ ਅਰਦਾਸ ਕੀਤੀ ਬਸ ਫਿਰ ਹੋ ਗਈ ਅਰਦਾਸ ਪ੍ਰਵਾਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਹਿਣ ਲੱਗੇ ਸਿੰਘਾਂ ਨੂੰ ਸਿੰਘੋ ਤਿਆਰੀਆਂ ਕਰੋ ਭਾਈ ਆਪਾਂ ਨੇ ਜਾਣਾ ਹੈ ਅੱਜ ਆਪਣੇ ਕਿਸੇ ਪਿਆਰੇ ਨੂੰ ਮਿਲਣ ਵਾਸਤੇ ਜਾਣਾ ਸਤਵਚਨ ਮਹਾਰਾਜ ਘੋੜਾ ਤਿਆਰ ਕੀਤਾ ਗਿਆ ਨਾਲ ਸਿੰਘ ਤਿਆਰ ਹੋਏ ਜਿਸ ਜਗ੍ਹਾ ਦੇ ਉੱਤੇ ਭਾਈ ਪੱਲਾ ਬੈਠਾ ਸਿਮਰਨ ਕਰਦਾ ਅਰਦਾਸਾਂ ਕਰਦਾ ਉਸ ਜਗ੍ਹਾ ਦੇ ਉੱਤੇ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹੁੰਚ ਗਏ ਆਖੋ ਸਤਨਾਮ ਵਾਹਿਗੁਰੂ ਜੀ ਪਹੁੰਚੇ ਜਦੋਂ ਮਹਾਰਾਜ ਜੀ ਕਹਿੰਦੇ ਪੁੱਤਰਾ ਅਸੀਂ ਆ ਗਏ ਆਖੋ ਸਤਨਾਮ ਵਾਹਿਗੁਰੂ ਜੀ ਆ ਦਰਸ਼ਨ ਕਰ ਲਾ ਆ ਗਏ ਅਸੀਂ ਤੇਰੀ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਕਿਉਂਕਿ ਗੁਰੂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਬਸ ਹੈ ਕਾਮ ਤੀਨਾ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰੂ ਅੰਤਰਜਾਮੀ ਸਤਿਗੁਰੂ ਜਾਣਨਹਾਰ ਮਹਾਰਾਜ ਜੀ ਕਹਿੰਦੇ ਲੈ ਭਾਈ ਪਹੁੰਚ ਗਿਆ ਪੱਲਿਆ ਆਇਆ ਦਰਸ਼ਨ ਕਰ ਲਾ ਭਾਈ ਪੱਲੇ ਨੇ ਜਦੋਂ ਗੁਰਮੁਖ ਪਿਆਰਿਓ ਦੇਖਿਆ ਜੋ ਨਿਸ਼ਾਨੀਆਂ ਮਾਤਾ ਨੇ ਦੱਸਿਆ ਵੀ ਲੰਮਾ ਸਰੀਰ ਕਲੰਗੀ ਸੀਸ ਦੇ ਉੱਤੇ ਲੱਗੀ ਹੋਈ ਘੋੜੇ ਉੱਤੇ ਸਵਾਰ ਉਸੇ ਸਮੇਂ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਉੱਤੇ ਸੀਸ ਰੱਖਿਆ ਤੇ ਗੁੜ ਦੀ ਰੋੜੀ ਭੇਟਾ ਕੀਤੀ ਆਖੋ ਸਤਨਾਮ ਵਾਹਿਗੁਰੂ ਜੀ ਗੁੜ ਦੀ ਰੋੜੀ ਭੇਟਾ ਕੀਤੀ ਪਰ ਗੁਰਮੁਖ ਪਿਆਰਿਓ ਪਰਿਵਾਰ ਗਰੀਬ ਆ ਇਹ ਗੁਰਸਿੱਖ ਪਰਿਵਾਰ ਗਰੀਬ ਹੁਣ ਨਗਰ ਦੇ ਨਾਲ ਹੀ ਘਰ ਪਾਇਆ ਹੋਇਆ ਸੀ ਇਹਨਾਂ ਦਾ ਭਾਈ ਪੱਲਾ ਕਹਿਣ ਲੱਗਾ ਸਤਿਗੁਰੂ ਮੇਰੇ ਨਾਲ ਚੱਲੋ ਤੇ ਮੇਰੇ ਘਰ ਚੱਲੋ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਜਾਇਓ ਸਤਿਗੁਰੂ ਜੀ ਘੋੜੇ ਦੇ ਉੱਤੇ ਬੈਠ ਕੇ ਭਾਈ ਪੱਲਾ ਘੋੜੇ ਦੀ ਲਗਾਮ ਫੜ ਫੜ ਕੇ ਅੱਗੇ ਤੁਰਿਆ ਜਾਂਦਾ ਆਪਣੇ ਘਰ ਪਹੁੰਚਿਆ ਜਦੋਂ ਨਗਰ ਦੇ ਵਿੱਚ ਪਹੁੰਚੇ ਨਗਰ ਵਾਲਿਆਂ ਨੇ ਦੇਖਿਆ
ਸਾਰੇ ਦੇਖਦੇ ਨੇ ਖੜੇ ਹੋ ਕੇ ਬਾਹਰ ਵੀ ਸਿੱਖਾਂ ਦਾ ਗੁਰੂ ਆ ਗਿਆ। ਆਖੋ ਸਤਨਾਮ। ਵਾਹਿਗੁਰੂ ਜੀ। ਇਹਨਾਂ ਦੀ ਕਹਿੰਦੇ ਨੇ ਵੀ ਇਹਨਾਂ ਦਾ ਗੁਰੂ ਆ ਗਿਆ। ਲੋਕੀ ਗੁਰਮੁਖ ਪਿਆਰਿਓ ਕੋਠਿਆਂ ਦੇ ਉੱਤੇ ਚੜ ਦੇਖਦੇ ਨੇ, ਇਕੱਠੇ ਹੋ ਦੇਖਦੇ ਨੇ ਵੀ ਇਹਨਾਂ ਦਾ ਗੁਰੂ ਕਹੇ ਜਾ। ਤਾਂ ਗੁਰਮੁਖ ਪਿਆਰਿਓ ਪਰਿਵਾਰ ਕਹਿਣ ਲੱਗਾ ਮਹਾਰਾਜ ਜੀ ਬੈਠੋ, ਅਸੀਂ ਪ੍ਰਸ਼ਾਦਾ ਤਿਆਰ ਕਰਦੇ ਆ ਸਾਰੇ ਗੁਰਸਿੱਖਾਂ ਵਾਸਤੇ। ਮਹਾਰਾਜ ਜੀ ਕਹਿੰਦੇ ਕਰੋ ਭਾਈ ਤਿਆਰ। ਜਦੋਂ ਉਹ ਲੜਕੀ ਰਸੋਈ ਦੇ ਵਿੱਚ ਗਈ ਤਾਂ ਅੱਗੋਂ ਢੋਲੀ ਦੇ ਵਿੱਚ ਆਟਾ ਨਾ ਥੋੜਾ ਜਿਹਾ ਆਟਾ ਪਿਆ, ਕੀ ਬਣਨਾ। ਹੁਣ ਮਨੋ ਮਨੀ ਸੋਚਦੀ ਆ ਮੇਰੀ ਪੀਰੀ ਦੇ ਮਾਲਕ ਅੰਤਰਜਾਮੀ ਖੜੇ ਹੋ ਕੇ ਰਸੋਈ ਦੇ ਵਿੱਚ ਚਲੇ ਗਏ। ਕਹਿਣ ਲੱਗੇ ਬੇਟਾ ਕੀ ਹੋ ਗਿਆ, ਕੀ ਸੋਚਦੀਆਂ। ਕਹਿੰਦੀ ਮਹਾਰਾਜ ਮੇਰੇ ਘਰ ਦੇ ਵਿੱਚ ਤਾਂ ਆਟਾ ਵੀ ਨਹੀਂ ਹੈ, ਥੋੜਾ ਜਿਹਾ ਆਟਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇਸੇ ਨੂੰ ਗੁੰਨ ਲਾ, ਉੱਪਰ ਪਾ ਲਈ ਕੱਪੜਾ, ਕੱਪੜਾ ਨਾ ਚੁੱਕੀ ਪੇੜੇ ਕਰ ਕਰ ਬਣਾਈ ਜਾਈ, ਆਟਾ ਮੁੱਕੇਗਾ ਨਹੀਂ। ਆਖੋ ਸਤਨਾਮ। ਵਾਹਿਗੁਰੂ ਜੀ। ਮੁੱਕੇਗਾ ਨਹੀਂ, ਸਤ ਬਚਨ ਮਹਾਰਾਜ। ਹੁਣ ਗੁਰਮੁਖ ਪਿਆਰੇ ਉਸੇ ਤਰ੍ਹਾਂ ਕੀਤਾ, ਪ੍ਰਸਾਦੇ ਬਣਾਉਣੇ ਸ਼ੁਰੂ ਹੋ ਗਏ, ਨਾਲ ਹੋਰ ਬੀਬੀਆਂ ਲੱਗ ਗਈਆਂ। ਕੱਪੜਾ ਨਹੀਂ ਚੁੱਕਿਆ, ਪੇੜੇ ਤੋੜੀ ਜਾਂਦੇ ਨੇ, ਆਟਾ ਪੇੜੇ ਬਣਾ ਕੇ ਰੋਟੀਆਂ ਬਣਾਈ ਜਾਂਦੀਆਂ ਨੇ। ਸਾਰੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਉਹ ਜਿਹੜੇ ਲੋਕ ਸੀ ਉਹ ਤਮਾਸ਼ਾ ਦੇਖ ਰਹੇ ਸੀ ਖੜੇ ਵੀ ਇਹਨਾਂ ਦੇ ਘਰ ਗੁਰੂ ਆਇਆ ਤੇ ਇਹ ਕੀ ਖਵਾਉਣਗੇ ਗੁਰੂ ਨੂੰ। ਇਹਨਾਂ ਦੀ ਨਰਾਦਰੀ ਹੋਵੇਗੀ, ਬੇਇੱਜ਼ਤੀ ਹੋਵੇਗੀ, ਦੇਖਾਂਗੇ ਤਮਾਸ਼ਾ। ਕਿਉਂਕਿ ਗੁਰਮੁਖ ਪਿਆਰੇ ਲੋਕੀ ਤਮਾਸ਼ਾ ਦੇਖਣ ਵਾਲੇ ਬਹੁਤੇ ਨੇ, ਸਾਥ ਦੇਣ ਵਾਲੇ ਘੱਟ ਹੁੰਦੇ ਆ। ਕਹਿੰਦੇ ਤਮਾਸ਼ਾ ਵੇਖਾਂਗੇ। ਹੁਣ ਜਿੱਥੇ ਗੁਰਮੁਖ ਪਿਆਰੇ ਮਹਾਰਾਜ ਜੀ ਕਹਿੰਦੇ ਸੋ ਦੁੱਖ ਕੈਸਾ ਪਾਵੇ ਜਿਸਕਾ ਰਾਖਾ ਹੈ ਪਰਮਾਤਮਾ। ਜਿਹਦਾ ਰਾਖਾ ਪਰਮੇਸ਼ਰ ਹੈ, ਗੁਰੂ ਦੀ ਕਿਰਪਾ, ਉਹ ਕਿਵੇਂ ਦੁੱਖ ਪਾਲੂਗਾ, ਉਹਨੂੰ ਕਿਵੇਂ ਘਾਟ ਬਾਧ ਆ ਜਾਣੀ ਆ। ਹੁਣ ਜਦੋਂ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ, ਮਹਾਰਾਜ ਜੀ ਨੇ ਹੱਥ ਮਾਰਿਆ, ਜਿਹੜੇ ਆਲੇ ਦੁਆਲੇ ਖੜੇ ਸੀ ਕਹਿੰਦੇ ਆ ਜਾਓ ਭਾਈ ਤੁਸੀਂ ਵੀ ਆ ਜਾਓ ਸਾਰੇ, ਛਕੋ ਲੰਗਰ ਪਾਣੀ। ਮੇਰੇ ਵਰਗੇ ਨੂੰ ਜਿਹਨੂੰ ਭੁੱਖ ਨਹੀਂ ਸੀ ਉਹਨਾਂ ਨੇ ਵੀ ਸਾਲਾਂ ਮਾਰੀਆਂ, ਕਿਉਂਕਿ ਆ ਲੱਗਦਾ ਤਮਾਸ਼ਾ ਦੇਖਣਾ, ਇਹਨਾਂ ਦਾ ਜਲੂਸ ਕੱਢਾਂਗੇ, ਇਹਨਾਂ ਦਾ ਗੁਰੂ ਘਰੇ ਆਇਆ। ਜਿਹੜੇ ਮੇਰੇ ਵਰਗੇ ਨੂੰ ਕੋਈ ਭੁੱਖ ਨਹੀਂ ਸੀ ਉਹ ਵੀ ਪੰਜ ਖਾ ਗਏ। ਆਖੋ ਸਤਨਾਮ। ਵਾਹਿਗੁਰੂ ਜੀ। ਮਹਾਰਾਜ ਜੀ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਵੱਧ ਤੋਂ ਜਾਵੇ ਤੋਟ ਨਾ ਆਈ। ਕਹਿੰਦੇ ਜਿੰਨਾ ਮਰਜ਼ੀ ਖਾਈ ਪੀ ਚੱਲੋ ਪਰ ਤੋਟ ਨਹੀਂ ਆਉਂਦੀ ਹੈ। ਤਾਂ ਗੁਰਮੁਖ ਪਿਆਰਿਓ ਸਾਰਾ ਨਗਰ ਪ੍ਰਸਾਦਾ ਛਕ ਗਿਆ, ਆਣ ਰੱਜ ਕੇ ਹੈਰਾਨ ਹੋ ਗਏ ਸਾਰੇ। ਕਹਿੰਦੇ ਵੀ ਇਹ ਤਾਂ ਗਰੀਬ ਜੇ ਸੀ ਤਾਂ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਪਰ ਜਿੱਥੇ ਗੁਰੂ ਦੀ ਕਲਾ ਵਰਤਦੀ ਹੈ, ਕਿਰਪਾ ਹੁੰਦੀ ਹੈ ਨਾ, ਰਹਿਮਤ ਵਰਤਦੀ ਹੈ, ਉੱਥੇ ਗੁਰੂ ਦੀ ਕਿਰਪਾ ਹੋ ਜਾਂਦੀ ਆ। ਸਾਰਾ ਨਗਰ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਤੇ ਝੁਕ ਗਿਆ। ਆਖੋ ਸਤਨਾਮ। ਵਾਹਿਗੁਰੂ ਜੀ। ਗਲਤੀ ਮਹਿਸੂਸ ਕੀਤੀ, ਮਹਾਰਾਜ ਸਾਨੂੰ ਬਖਸ਼ੋ, ਅਸੀਂ ਭੁੱਲਾਂ ਦੇ ਵਿੱਚ, ਅਸੀਂ ਭਰਮਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਤੀ। ਅੱਜ ਤੋਂ ਬਾਅਦ ਈਰ ਫਕੀਰ ਸਾਰੇ ਛੱਡੇ, ਅੱਜ ਤੋਂ ਬਾਅਦ ਤੁਸੀਂ ਸਾਡੇ ਸਭ ਕੁਝ, ਤੁਸੀਂ ਸਾਡੇ ਗੁਰੂ ਤੇ ਅਸੀਂ ਤੁਹਾਡੇ ਸੇਵਕ ਹਾਂ। ਆਖੋ ਸਤਨਾਮ। ਵਾਹਿਗੁਰੂ ਜੀ। ਸਾਰੇ ਗੁਰੂ ਦੇ ਲੜ ਲੱਗੇ ਤੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕੀਤਾ, ਸਿਮਰਨ ਕੀਤਾ, ਸਾਰੇ ਇੱਕ ਹੋ ਕੇ ਚੱਲੇ। ਕਿਉਂਕਿ ਏਕਤਾ ਦੇ ਵਿੱਚ ਬਰਕਤ ਹੁੰਦੀ ਆ। ਜਦੋਂ ਪਰਿਵਾਰ ਇੱਕ ਹੁੰਦਾ ਨਾ, ਫਿਰ ਗੁਰਮੁਖ ਪਿਆਰੇ ਦੂਸਰਾ ਬੰਦਾ ਝਾਕਦਾ ਨਹੀਂ ਹੈ। ਆਖੋ ਸਤਨਾਮ। ਵਾਹਿਗੁਰੂ ਜੀ। ਅਗਲਾ ਕਹਿੰਦਾ 5-7 ਫਿਰਦੇ ਨੇ ਏਕਤਾ ਇਹਨਾਂ ਦੀ, ਜੇ ਕਿਤੇ ਕੋਈ ਬਾਤ ਘਾਟ ਕਰਾਂਗੇ, ਐਵੇਂ ਪੰਗਾ ਲਵਾਂਗੇ, ਮੂੰਹ ਦੀ ਖਾਣੀ ਪੈ ਜਾਂਦੀ ਆ। ਉਹੀ ਪਰਿਵਾਰ ਵਿਖੜਿਆ ਹੋਵੇ, ਅੱਡੋ ਅੱਡ ਹੋਵੇ, ਹਰ ਕੋਈ ਗੱਲਾਂ ਕਰੂ ਗੁਰਮੁਖ ਪਿਆਰਿਓ, ਉਹ ਰੋਬ ਨਹੀਂ ਰਹਿੰਦਾ ਜਿਹੜਾ ਇਕੱਠਿਆਂ ਦਾ ਰੋਬ ਰਹਿੰਦਾ। ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ, ਇੱਕ ਹੋ ਕੇ ਚੱਲਾਂਗੇ, ਏਕਤਾ ਬਣਾਵਾਂਗੇ,
ਫਿਰ ਹੀ ਬੰਦਾ ਕਾਮਯਾਬ ਹੁੰਦਾ। ਆਖੋ ਸਤਨਾਮ। ਵਾਹਿਗੁਰੂ ਜੀ। ਫਿਰ ਇਹ ਤਰੱਕੀਆਂ ਹੁੰਦੀਆਂ ਨੇ। ਜੇ ਅਸੀਂ ਇਕੱਠੇ ਹੋ ਕੇ ਅੱਜ ਦਿੱਲੀ ਦੀ ਧਰਤੀ ਤੇ ਬੈਠੇ ਆ ਨਾ, ਮੋਦੀ ਦੀ ਹਿੱਕ ਦੇ ਉੱਤੇ ਗੋਡਾ ਰੱਖੀ ਬੈਠੇ ਆ ਨਾ ਸਾਰੇ, ਜੇ ਇੱਕ ਹੋ ਕੇ ਚੱਲਿਆ ਤਾਈਓ ਆ ਨਾ। ਜੇ ਵੱਖਰੇ ਵੱਖਰੇ ਜੇ ਹੁੰਦੇ, ਜੇ ਹੁਣ 32 ਕਿਸਾਨ ਯੂਨੀਅਨ ਨੇ, ਜੇ 32 ਆਪਣਾ ਵੱਖਰਾ ਵੱਖਰਾ ਹੋ ਕੇ ਬਹਿੰਦੇ, ਸਰਕਾਰ ਨੇ ਚਾਰ ਮਾਰ ਡਾਂਗਾ ਸਾਰਿਆਂ ਨੂੰ ਭਜਾ ਦੇਣਾ ਸੀ। 32 ਦੇ 32 ਇਕੱਠੇ ਹੋ ਕੇ ਬੈਠੇ, ਸਾਰੀ ਸੰਗਤ ਇਕੱਠੀ ਹੋਈ, ਏਕਤਾ ਬਣੀ। ਅੱਜ ਦਿੱਲੀ ਦੇ ਵਿੱਚ ਗੁਰਮੁਖ ਪਿਆਰਿਓ ਕਿਸੇ ਦੀ ਪਾਵਰ ਨਹੀਂ ਹੈ ਵੀ ਕਿਸਾਨਾਂ ਭਰਾਵਾਂ ਨੂੰ ਹਿਲਾ ਸਕਣਗੇ। ਆਖੋ ਸਤਨਾਮ। ਵਾਹਿਗੁਰੂ ਜੀ। ਬਸ ਸਰਕਾਰ ਵੀ ਸਮਝ ਲਓ ਝੁਕੀ ਪਈ ਹੈ। ਕਹੀ ਆ ਵੀ ਜੇ ਹੁਣ ਇਹਨਾਂ ਦੇ ਕਾਲੇ ਜਿਹੜੇ ਕਾਨੂੰਨ ਕੀਤੇ ਨੇ ਜੇ ਰੱਦ ਕਰਾਂਗੇ ਵੀ ਸਾਡੀ ਬਦਨਾਮੀ ਹੋਣੀ ਹੈ। ਬਸ ਕਾਰਨ ਇਹੀ ਹੈ, ਕੋਈ ਬਹੁਤਾ ਕਾਰਨ ਨਹੀਂ। ਸਾਰੇ ਪਾਸੋਂ ਫਸੇ ਕਸੂਤੇ ਬੈਠੇ ਨੇ। ਉਹ ਕੰਮ ਆ, ਕਹਿੰਦੇ ਜਿਵੇਂ ਸਿਆਣੇ ਦੱਸਦੇ ਆ, ਕਹਿੰਦੇ ਸੱਪ ਦੇ ਮੂੰਹ 'ਚ ਕਿਰਲੀ ਆ ਗਈ, ਜੇ ਤਾਂ ਅੰਦਰ ਲੈ ਜਾਂਦਾ ਤਾਂ ਵੀ ਮਰਦਾ, ਤੇ ਸੜਦਾ ਤਾਂ ਵੀ ਮਰਦਾ। ਆਖੋ ਸਤਨਾਮ। ਵਾਹਿਗੁਰੂ ਜੀ। ਆਹ ਕੰਮ ਸਰਕਾਰ ਦੇ ਨਾਲ ਹੋਇਆ ਪਿਆ। ਸੋ ਆਓ ਏਕਤਾ ਬਣਾਈਏ ਪਿਆਰ ਦੇ ਨਾਲ। ਇੱਕ ਨਗਰ ਹੁੰਦਾ, ਜਿਹੜਾ ਇੱਕ ਪਰਿਵਾਰ ਹੁੰਦਾ। ਠੀਕ ਆ, ਪਾਲਟੀਬਾਜ਼ੀ ਕਰਨੀ ਪੈਂਦੀ ਹੈ ਜਦੋਂ ਵੋਟਾਂ ਹੁੰਦੀਆਂ ਨੇ, ਕਰ ਲੈਂਦਾ ਅਗਲਾ ਵੀ ਚਲੋ ਭਾਈ। ਜਦੋਂ ਵੋਟਾਂ ਪੈ ਜਾਂਦੀਆਂ ਨੇ, ਉਸ ਤੋਂ ਬਾਅਦ ਸਰਪੰਚ ਪੰਚਾਇਤ ਬਣ ਗਈ, ਤੇ ਉਹਨਾਂ ਦਾ ਸਾਥ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ। ਇੱਕ ਹੋ ਕੇ ਚੱਲਾਂਗੇ ਤਾਂ ਕੁਝ ਨਾ ਕੁਝ ਨਗਰ ਦਾ ਬਣ ਜਾਂਦਾ। ਆਖੋ ਸਤਨਾਮ। ਵਾਹਿਗੁਰੂ ਜੀ। ਸਾਡੇ ਲੋਕਾਂ ਦੇ ਵਿੱਚ ਫੁੱਟ ਪੈ ਜਾਂਦੀ ਆ, ਤੇ ਲਾਹਾ ਕੌਣ ਲੈ ਜਾਂਦਾ? ਲਾਹਾ ਮੰਤਰੀ ਲੈ ਜਾਂਦੇ ਨੇ। ਆਖੋ ਸਤਨਾਮ। ਵਾਹਿਗੁਰੂ ਜੀ। ਨੁਕਸਾਨ ਨਗਰ ਦਾ ਹੋ ਜਾਂਦਾ, ਪਿੰਡ ਦਾ ਨਾ ਕੁਝ ਬਣਦਾ, ਨਾ ਕੁਝ ਲੈਣਾ ਦੇਣਾ। ਉਹੀ ਪਿੰਡ ਆਪਣਾ ਜਿਹੜੇ ਕਿੰਨੇ ਚਿਰ ਤੋਂ ਆਪਾਂ ਦੇਖਦੇ ਆ, ਜਿੱਥੇ ਏਕਤਾ ਬਣੀ ਹੋਈ ਆ ਨਗਰਾਂ ਦੇ ਵਿੱਚ, ਪ੍ਰੇਮ ਪਿਆਰ ਬਣਿਆ ਹੋਇਆ। ਗੁਰਮੁਖ ਪਿਆਰਿਓ, ਬਾਹਰਲੇ ਅਮਰੀਕਾ ਕੈਨੇਡਾ ਵਰਗੇ ਇਸ ਤਰ੍ਹਾਂ ਦੇ ਨਗਰ ਬਣੇ ਪਏ ਨੇ। ਸੋ ਆਓ ਸਾਰੇ ਰਲ ਮਿਲ ਕੇ ਆਪਾਂ ਇੱਕ ਪਿਤਾ ਇੱਕ ਸਕੇਹਾ ਵਾਰਕ ਤੂੰ ਮੇਰਾ ਗੁਰ ਹਾਈ। ਇੱਕ ਪਿਤਾ ਦੇ ਪੁੱਤਰਾ, ਸਾਰੇ ਗੁਰੂ ਦੇ ਪੁੱਤਰਾ ਰਲ ਮਿਲ ਕੇ ਰਹੀਏ, ਪ੍ਰੇਮ ਨਾਲ ਰਹੀਏ, ਸਤਿਕਾਰ ਨਾਲ ਰਹੀਏ। ਸੋ ਆਓ, ਪਿਛਲੀ ਸੰਗਰਾਂਦ ਤੇ ਵੀ ਬੇਨਤੀ ਕੀਤੀ ਸੀ, ਕਿਸੇ ਪਰਿਵਾਰ ਦੀ ਕੋਈ ਲੜਕੀ, ਰਿਸ਼ਤੇਦਾਰ ਦੇ ਵਿੱਚ ਲੜਕੀ ਕੋਈ ਵਿਆਹੁਣ ਵਾਲੀ ਆ, ਕੋਈ ਖਰਚਾ ਪਾਣੀ ਨਹੀਂ ਕਰ ਸਕਦਾ, ਉਹ ਮੇਰੇ ਨਾਲ ਕਨੈਕਟ ਕਰ ਸਕਦੇ। ਸਾਰੀ ਹੀ ਬਰਾਤ ਦਾ ਖਰਚਾ, ਸਾਰੀ ਵਿਆਹ ਦਾ ਖਰਚਾ, ਸਾਰਾ ਕੁਝ ਅਸੀਂ ਕਰਾਂਗੇ। ਜੋ ਸਾਡੀ ਸੰਸਥਾ ਬਣੀ ਹੋਈ ਆ, ਜੋ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਦਾ, ਸਾਰੇ ਸਾਧੂ ਸੰਤਾਂ ਮਹਾਂਪੁਰਖਾਂ ਵੱਲੋਂ ਦਾਸ ਨੂੰ ਕੌਮੀ ਪ੍ਰਧਾਨ ਬਣਾਇਆ ਗਿਆ, ਤੇ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ। ਕੋਈ ਵੀ ਪਰਿਵਾਰ ਇਸ ਤਰ੍ਹਾਂ ਦਾ ਹੋਵੇ, ਉਹ ਸਾਡੇ ਨਾਲ ਕਨੈਕਟ ਕਰ ਸਕਦਾ। ਉਹਨਾਂ ਦਾ ਕੋਈ ਖਰਚਾ ਨਹੀਂ ਲੱਗੇਗਾ, ਕੁਝ ਨਹੀਂ ਹੋਵੇਗਾ। ਜਿੰਨੀ ਮਰਜ਼ੀ ਬਰਾਤ ਹੋਵੇ, ਸਾਰੇ ਗਾਉਣੇ ਵਜਾਉਣੇ ਜੋ ਆਪਾਂ ਡੀਜੇ ਜਾਂ ਹੋਰ ਲਾਉਂਦੇ, ਸਾਰਾ ਪੂਰਾ ਵਧੀਆ ਸਿਸਟਮ ਹੋਵੇਗਾ। ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਉਹ ਇਸ ਤਰ੍ਹਾਂ ਦਾ ਜੇ ਕੋਈ ਪਰਿਵਾਰ ਹੋਇਆ ਤਾਂ ਉਹ ਕਨੈਕਟ ਕਰ ਸਕਦਾ ਹੈ। ਸੋ ਆਓ, ਕੋਈ ਰੱਬ ਨਾ ਕਰੇ ਐਸੀ ਬਿਮਾਰੀ ਆ ਜਾਂਦੀ ਹੈ, ਬੰਦੇ ਨੂੰ ਹਸਪੀਟਲ ਦੇ ਵਿੱਚ ਜਾਣਾ ਪੈ ਜਾਂਦਾ ਕਈ ਵਾਰ। ਕੋਈ ਇਸ ਤਰ੍ਹਾਂ ਦੀ ਗੱਲਬਾਤ ਆ, ਆਪਣੇ ਪਟਿਆਲੇ ਤੋਂ ਜਦੋਂ ਆਪਾਂ ਬਾਹਰ ਰਾਜਪੁਰੇ ਵੱਲੋਂ ਨਿਕਲਦੇ ਆ, ਉੱਥੇ ਵਰਧਮਾਨ ਹਸਪੀਟਲ ਬਣਿਆ ਹੋਇਆ। ਉਹ ਜਿਹੜਾ ਹਸਪੀਟਲ ਦਾ ਮਾਲਕ ਆ, ਉਹ ਵੀ ਆਪਣਾ ਸ਼ਰਧਾਲੂ ਆ, ਪਰਮ ਮਿੱਤਰ ਆ। ਕੋਈ ਐਸੀ ਗੱਲਬਾਤ ਹੁੰਦੀ ਆ, ਉੱਥੇ ਜੇ ਆਪਣਾ ਕਿਤੇ ਬਾਹਰ 5 ਲੱਖ 2 ਲੱਖ ਲੱਗਦਾ, ਜੇ ਮੰਨ ਲਓ 2 ਲੱਖ ਲੱਗਦਾ, ਉੱਥੇ 1 ਲੱਖ ਰੁਪਇਆ ਵੀ ਛਡਾ ਸਕਦੇ ਆ। ਕੋਈ ਐਸਾ ਪਰਿਵਾਰ ਆ, ਉਹਦਾ ਬਿਲਕੁਲ ਫ੍ਰੀ ਵੀ ਇਲਾਜ ਕਰਵਾ ਸਕਦੇ ਆ। ਉਹਨਾਂ ਦੀ ਉੱਥੇ ਰਸੋਈ ਬਣੀ ਹੋਈ ਆ, ਅੰਦਰੇ ਮਸ਼ੀਨਾਂ ਭਾਂਡੇ ਧੋਂਦੀਆਂ ਨੇ, ਮਸ਼ੀਨਾਂ ਹੀ ਸਬਜ਼ੀ ਚੀਰਦੀਆਂ ਨੇ। ਬਹੁਤ ਵਧੀਆ ਵੱਡਾ ਸਿਸਟਮ ਬਣਿਆ ਹੋਇਆ, ਤੇ 10 ਰੁਪਏ ਪਲੇਟ। ਦੇਖੋ ਬੰਦਾ ਐਨ ਪੂਰਾ 2 ਸਬਜ਼ੀਆਂ, ਚੌਲ, ਚਟਣੀ,
ਤੇ ਆਪਣਾ ਅਚਾਰ ਸਲਾਦ 10 ਰੁਪਏ ਦੇ ਵਿੱਚ, ਇਹ ਵੀ ਉਹਨਾਂ ਨੇ ਪਰਪਕਾਰ ਤੌਰ ਦੇ ਉੱਤੇ ਉਹ ਬਣਾਇਆ ਵੀ ਜਿੱਥੇ ਹਸਪੀਟਲਾਂ ਲੋਕੀ ਦੁਖੀ ਆਉਂਦੇ ਨੇ, ਬਾਹਰ ਹੋਟਲਾਂ ਦੇ ਵਿੱਚ ਕਿੰਨੇ ਕਿੰਨੇ ਪੈਸੇ ਖਰਚਦੇ ਨੇ, ਸਿਰਫ ਉੱਥੇ 10 ਰੁਪਏ ਜਮ੍ਹਾਂ ਕਰਾਓ, ਪਰਚੀ ਲਓ ਤੇ ਆਪਣਾ ਖਾਣਾ ਪੀਣਾ ਖਾਓ। ਪਿਛਲੀ ਸੰਗਰਾਂਦ ਨੂੰ ਸਰਬਜੋਤ ਜੀ ਉਹ ਆਪਣੇ ਇੱਥੇ ਨਗਰ ਦੇ ਵਿੱਚ ਪਹੁੰਚੇ ਸੀ। ਸੋ ਆਓ ਇੰਨੀਆਂ ਕੁ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸਿੱਖ ਸੰਗਤਾਂ ਬਖਸ਼ਣਹਾਰ ਨੇ, ਸਾਰੇ ਹੀ ਬਖਸ਼ਣਹਾਰ ਹੋ, ਗੁਰੂ ਬਖਸ਼ਣਹਾਰ ਹੈ, ਕਿਰਪਾ ਕਰਿਓ। ਅੱਗੋਂ ਵਾਸਤੇ ਸਿਰ ਤੇ ਮੇਰਾ ਹੱਥ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਤੋਂ ਬਾਅਦ ਕੜਾ ਪ੍ਰਸਾਦੀਆਂ ਦੇਗਾਂ ਵਰਤਾਈਆਂ ਜਾਣਗੀਆਂ। ਉਸ ਤੋਂ ਬਾਅਦ ਇੱਕ ਇੱਕ ਸਿੱਕਾ ਜਿਨ੍ਹਾਂ ਨੇ ਤਾਂ ਸੰਗਰਾਂਦ ਨੂੰ ਲੈ ਲਿਆ ਸੀ ਉਹ ਤਾਂ ਚਾਹੇ ਨਾ ਲੈਵੇ, ਤਾਂ ਇੱਕ ਨਿਸ਼ਾਨੀ ਵਜੋਂ ਆਪਾਂ ਨੇ ਇੱਕ ਦੇਣਾ। ਸੋ ਜਿਨ੍ਹਾਂ ਨੇ ਨਹੀਂ ਲੈਤਾ ਉਹ ਜ਼ਰੂਰ ਆਪਾਂ ਦੇਗ ਤੋਂ ਬਾਅਦ ਇੱਕ ਇੱਕ ਸਿੱਕਾ ਚਾਂਦੀ ਦਾ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਉੱਪਰ ਲਿਖਿਆ ਹੋਇਆ। 400 ਸਾਲੇ ਤੇ ਇਹ ਸਿੱਕਾ ਰਿਲੀਜ਼ ਕੀਤਾ ਸੀ, 5 ਤਖਤਾਂ ਦੇ ਜਥੇਦਾਰਾਂ ਵੱਲੋਂ ਰਿਲੀਜ਼ ਕਰਵਾਇਆ ਜਾ ਕੇ 1 ਕਰੋੜ ਰੁਪਏ ਦੇ ਇਹ ਸਿੱਕੇ ਵੰਡੇ ਗਏ ਨੇ। ਤੇ ਹੁਣ ਮੇਰੇ ਲਈ ਅੱਜ ਥੋੜ੍ਹੇ ਜਿਹੇ ਰਹਿੰਦੇ ਸੀ, ਮੈਂ ਵੀ ਚੱਲ ਪਹਿਲਾਂ ਵੀ ਸੰਗਤਾਂ ਨੂੰ ਵੰਡੇ ਸੀ, ਆਪਾਂ ਅੱਜ ਫੇਰ ਥੋੜ੍ਹੇ ਜਿਹੇ ਦੇ ਦਈਏ। ਦੁਬਾਰਾ ਫੇਰ ਅਸੀਂ 40-45,000 50,000 ਸਿੱਕਾ ਤਿਆਰ ਕਰਵਾ ਰਹੇ ਹਾਂ। ਬਾਕੀ ਜਿਹੜਾ ਕੋਈ ਰਹਿ ਜਾਏਗਾ ਬਾਕੀ ਫੇਰ ਦੇ ਦਾਂਗੇ। ਬਾਕੀ ਰਹਿਣ ਵਾਲੀ ਕੋਈ ਗੱਲ ਤਾਂ ਹੈ ਨਹੀਂ, ਸਤਿਗੁਰੂ ਕਿਰਪਾ ਕਰਨਗੇ, ਰਹਿਮਤ ਕਰਨਗੇ। ਸੋ ਆਓ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ, ਅਰਦਾਸ, ਹੁਕਮਨਾਮਾ ਸਾਹਿਬ, ਕੜਾ ਪ੍ਰਸਾਦੀਆਂ ਦੇ ਗੱਲ ਕਰਕੇ ਉਸ ਤੋਂ ਬਾਅਦ ਫਿਰ ਸਿੱਕਾ ਇੱਕ ਇੱਕ ਲੈ ਕੇ ਜਲ ਪਾਣੀ ਛਕ ਕੇ ਫਿਰ ਆਪੋ ਆਪਣੇ ਕਾਰੋਬਾਰ ਕਰਨੇ ਨੇ ਜੀ। ਲੋਕ ਸੁਖੀ ਹੈ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਦਾਸ ਤੁਹਾਡੇ ਨਗਰ ਦਾ ਬੱਚਾ ਹੈ, ਥਾਂ ਥਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਦੇ ਆ, ਗੁਰਸਿੱਖੀ ਦਾ ਪ੍ਰਚਾਰ ਕਰਦੇ ਆ। ਪਤਾ ਲੱਗਦਾ ਵੀ ਲਲੌਂਡਾ ਸਾਹਿਬ ਕੋਈ ਹੈ, ਗੱਡੀਆਂ ਦੇ ਉੱਤੇ ਵੀ ਨਾਮ ਲਿਖੇ ਆ, ਪੋਸਟਰਾਂ ਉੱਪਰ ਵੀ ਜੋ ਚੱਲਦੇ ਆ, YouTube Facebook ਉੱਪਰ ਸਾਰੇ ਪਤਾ ਲੱਗਦਾ ਵੀ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਲਲੌਂਡਾ ਸਾਹਿਬ ਵਾਲੇ ਨੇ। ਕਿਉਂਕਿ ਨਗਰ ਦੀ ਉਸਤਤੀ ਹੁੰਦੀ ਆ, ਜਦੋਂ ਬਾਹਰ ਜਾਂਦੇ ਆ ਪ੍ਰਚਾਰ ਕਰਦੇ ਆ ਪਤਾ ਲੱਗਦਾ ਵੀ ਕੋਈ ਲਲੌਂਡਾ ਸਾਹਿਬ ਹੈ। ਸੋ ਇਸ ਕਰਕੇ ਸਾਰੇ ਹੀ ਚੜ੍ਹਦੀ ਕਲਾ ਦੇ ਨਾਲ ਸਾਥ ਦਿਆ ਕਰੋ। ਮੈਨੂੰ ਸਾਰਾ ਹੀ ਨਗਰ ਇੱਕ ਹੈ, ਮੈਨੂੰ ਸਾਰਾ ਨਗਰ ਇੱਕ ਹੈ। ਤੁਸੀਂ ਮੇਰੇ ਸਾਰੇ ਚਾਚੇ ਤਾਏ ਬਜ਼ੁਰਗੋ, ਸਾਡੇ ਸਾਰੇ ਮਾਮਾ ਭੈਣਾਂ ਹੋ। ਮੈਨੂੰ ਕਦੇ ਵੀ ਤੁਸੀਂ ਇਹ ਨਾ ਸਮਝ ਵੀ ਮਨ ਦੇ ਵਿੱਚ ਵੀ ਇਹ ਕਿਤੇ ਫਲਾਣੇ ਦਾ ਬੰਦਾ ਜਾਂ ਧਿਮਕੇ ਦਾ, ਕੋਈ ਨਹੀਂ। ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆ ਸਾਧੂ ਸਾਰਿਆਂ ਦੇ ਸਾਂਝੇ ਹੁੰਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਤੁਸੀਂ ਸਾਡੀਆਂ ਸਾਰੀਆਂ ਮਾਵਾਂ ਭੈਣਾਂ ਹੋ, ਬਜ਼ੁਰਗ ਸਾਡੇ ਸਾਰੇ ਮਾਂ-ਬਾਪ ਨੇ। ਸਾਧੂ ਸੰਤਾਂ ਦਾ ਸਾਰਿਆਂ ਨਾਲ ਪਿਆਰ ਹੁੰਦਾ, ਉਹ ਇੱਕ ਦੇ ਨਹੀਂ ਹੁੰਦੇ ਕਿਸੇ ਦੇ, ਉਹ ਸਾਰੀ ਦੁਨੀਆ ਦੇ ਹੁੰਦੇ ਨੇ। ਜਿਹੋ ਜਿਹਾ ਲਲੌਂਡਾ ਪਿੰਡ ਆ ਉਹੋ ਜਿਹਾ ਸਾਨੂੰ ਸਾਰਾ ਸੰਸਾਰ ਆ, ਸਾਰੀ ਦੁਨੀਆ ਪਿਆਰ ਕਰਦੀ ਆ। ਇਸ ਕਰਕੇ ਅਸੀਂ ਸਾਰਿਆਂ ਦੇ ਸਾਂਝੇ ਆ। ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਹੁੰਦੇ ਨੇ, ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ। ਉਹ ਕਿਸੇ ਇੱਕ ਦੇ ਜਾਂ ਪਾਰਟੀ ਦੇ ਕਿਸੇ ਦੇ ਨਹੀਂ ਹੁੰਦੇ, ਉਹ ਸਾਰੇ ਸਰਬ ਸਾਂਝੇ ਹੁੰਦੇ ਨੇ। ਕਿਉਂਕਿ ਗੁਰੂ ਵੀ ਸਾਰਿਆਂ ਦਾ ਹੈ ਤੇ ਰੱਬ ਦੇ ਪਿਆਰੇ ਵੀ ਸਾਰਿਆਂ ਦੇ ਸਾਂਝੇ ਹੁੰਦੇ ਨੇ। ਆਓ ਗੁਰਬਾਣੀ ਪੜ੍ਹਦੇ ਸੁਣਦੇ ਕੋਲੋਂ ਬੇਨਤੀ ਹੀ ਤਮਾਮ ਅਨੇਕਾਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸਿੱਖ ਸੰਗਤਾਂ ਬਖਸ਼ਣਹਾਰ ਨੇ, ਗੁਰੂ ਬਖਸ਼ਣਹਾਰ ਹੈ। ਅੱਗੋਂ ਵਾਸਤੇ ਸਿਰ ਤੇ ਮੇਰਾ ਹੱਥ ਰੱਖ ਕੇ ਸ਼ੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਸੋ ਸਾਰੀਆਂ ਮਾਈਆਂ ਬੀਬੀਆਂ ਸੰਗਤਾਂ, ਨਗਰ ਨਿਵਾਸੀ ਸੰਗਤਾਂ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਮਹੀਨੇ ਉਪਰਾਲਾ ਕਰਦੇ ਹੋ। 10ਵੀਂ ਦਾ ਪਾਵਨ ਪਵਿੱਤਰ ਦਿਹਾੜਾ ਮਨਾਉਂਦੇ ਹੋ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ। 24 ਅਸ਼ਟਪਦੀਆਂ, 24 ਸ਼ਲੋਕ ਤੇ 24,000 ਅੱਖਰ ਹੈ। 24,000 ਹੀ ਦਿਨ ਰਾਤ ਦਾ ਬੰਦੇ ਨੂੰ ਸਵਾਸ ਆਉਂਦੇ ਨੇ। 24,000 ਸਵਾਸਾਂ ਨੂੰ ਸਫਲ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ। ਆਓ ਬਾਣੀ ਦੇ ਜਾਪ ਹੋਏ ਨੇ। ਧੰਨਵਾਦ ਬਾਬਾ ਸਤਨਾਮ ਸਿੰਘ ਜੀ ਜੋ ਇੱਥੇ ਸੇਵਾਵਾਂ ਨਿਭਾਉਂਦੇ ਨੇ।
ਸੋ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਨੇ। ਆਓ ਸਾਰਿਆਂ ਦਾ ਧੰਨਵਾਦ। 6 ਪੌੜੀਆਂ ਨਾ ਸਾਹਿਬ ਜੀ ਦੇ ਪਾਠ। ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਰਾਗ ਰਤਨ ਪਰ ਵਾਰ ਪਰਿਆ ਸ਼ਬਦ ਗਾ ਬਣਿਆਈਆਂ। ਸ਼ਬਦੋ ਤਾਗਾ ਕਾਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭਨਾ ਗੱਲਾਂ ਸਮਰੱਥ ਸੁਆਮੀ। ਦੁੱਖ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਤ ਹੈ। ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਚਾ ਨਾਮ ਰਾਧਾਰੋ ਹਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਕੁਰਬਾਨ ਕੀਤਾ ਗੁਰ ਮਿਟੋ ਜਿਸ ਕਹਿ ਨਾਨਕ ਸੁਣੋ ਸੰਤੋ ਸਦ ਕਰੋ ਪਿਆਰੋ। ਸਾਚਾ ਨਾਮ ਬਾਜੇ ਪੰਜ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ। ਪੰਜ ਦੋ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹ ਨਾਨਕ ਤੈ ਸੁਖ ਹੋਆ ਇਸ ਕਰ ਅਨਹਦ ਬਾਜੇ। ਅਨੰਦ ਸੁਨਾਉ ਵਡ ਪਾਗਿਓ ਸਗਲ ਮਨੋਰਥ ਪੂਰੇ। ਪਰ ਬ੍ਰਹਮ ਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੁਨਤਾ ਪੁੱਤਰ ਸੁਣੀ ਸਚੀ ਬਾਣੀ। ਸਾਜਨ ਮੈਂ ਸਰਦੇ ਤੇ ਗੁਰ ਤੇ ਜਾਣੇ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਆ ਕਰ ਪੂਰੇ। ਲਾਗੇ ਬਾਜੇ ਅਨਹਦ ਤੋਰੇ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਆ ਪਰ ਪੂਰੇ। ਨਾਨਕ ਜਨ ਲਾਗੇ ਬਾਜੇ ਅਨਹਦ ਤੋਰੇ। ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵ ਰਾਤ ਦੋਇ ਦਾਈ ਦਇਆ ਖਿਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਬਚ ਧਰਮ ਦੂਰ। ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ।
ਸਾਕਤ ਕਾਲ ਨਾਨਕ ਜੇ ਮੁਖ ਉਜਰੇ ਕੀਤੇ ਛੋਟੀ ਨਾਲ ਜਿਨੀ ਨਾਮ ਤੇ ਆਇਆ ਜੈ ਮਸਕਤ ਕਾਲ ਤੇ ਮੁਖ ਚਲੇ ਕੀਤੇ ਛੋਟੇ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।